ਜੀ। ਸੁਨ ਜੇਠੇ ਮੁਸ਼ਕਾ ਖੁਲਵਾਈ, ਰਾਖੇ ਢਿਗ ਬਿਠਾਏ ਤਕਰਾਈ। ਗਾਹੇ ਸ਼ਾਸਤਰ ਇਕ ਠਾਂਡੋ ਰਹਿ, ਅਗਰ ਬਿਲੋਚਨ ਕੇ ਇਸ ਲਹ। ਸੁਨ ਜੇਠੇ ਮੁਸ਼ਕਾ ਖੁਲਵਾਈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਾਂ ਸਦਕਾ, ਜੋ ਪਿਛਲੇ ਮਹੀਨੇ ਤੋਂ ਆਪ ਜੀ ਬੜੇ ਚਾਅ ਸਹਿਤ, ਬੜੇ ਪ੍ਰੇਮ ਸਹਿਤ ਸੰਗਤ ਵਿੱਚ ਆਣ ਕੇ ਇਤਿਹਾਸ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਪਾਵਨ ਸ਼ਹੀਦੀ ਗਾਥਾ ਅਤੇ ਨਾਲ ਹੀ ਵਾਹਿਗੁਰੂ ਗੁਰਮੰਤਰ ਸਿਮਰਨ ਦਾ ਜਾਪ ਆਪ ਜੀ ਨੇ ਸ਼ਰਵਣ ਕੀਤਾ ਹੈ। ਬੜੇ ਪ੍ਰੇਮ ਸਹਿਤ ਪ੍ਰੇਮ ਦਿੱਤਾ ਹੈ, ਬੜੇ ਪ੍ਰੇਮ ਸਹਿਤ ਸ਼ਰਧਾ ਭਾਵਨਾ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਗੋਦੀ ਵਿੱਚ ਆਪ ਜੀ ਸੱਜ ਕੇ ਆਪਣੇ ਜੀਵਨ ਸਫਲੇ ਕਰ ਰਹੇ ਹੋ। We're very lucky that we've spent the last 30 days remembering Dhan Guru Arjan Dev Ji Maharaj and their Pavan Shahidi over 30 days, in which we have listened to the Katha, Beyant Gursikh, Beyant Brahmgyani's tales about how they were involved in the Shahidi Saka of Dhan Guru Arjan Dev Ji Maharaj. ਤੇ ਅੱਜ ਦੇ ਦਿਨ ਸਮੂਹ ਸੰਗਤ ਨੇ ਰਲ ਮਿਲ ਕੇ ਬਹੁਤ ਪ੍ਰੇਮ ਸ਼ਰਧਾ ਭਾਵਨਾ ਸਹਿਤ ਜੋੜ ਮੇਲਾ ਬਣਾ ਰਹੀ ਹੈ, ਕਿਉਂਕਿ ਨਾਲ ਹੀ 30 ਸਾਲ ਹੋ ਗਏ ਨੇ 1984 ਤੋਂ ਲੈ ਕੇ ਜਿੰਨੇ ਵੀ ਸਿੰਘ ਸ਼ਹੀਦ, ਸਿੰਘਣੀਆਂ, ਸਿੰਘ ਪਰਿਵਾਰ ਆਦਿਕ, ਭੁਜੰਗ ਫੌਜ, ਬੱਚੇ, ਪੰਥ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, ਆਪ ਸਭ ਜਾਣੋ ਹੋ। ਸਵੇਰ ਤੋਂ ਲੈ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਬਾਅਦ ਪਾਵਨ ਨਿਤਨੇਮ ਦੀ ਬਾਣੀਆਂ ਸ਼ਰਵਣ ਕਰਦੇ ਹੋਏ ਉਪਰੰਤ ਫਿਰ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਜਿਸ ਵਿੱਚ ਉਸ ਦੇ ਉਪਰੰਤ ਕੀਰਤਨ, ਕਥਾ ਵਿਚਾਰਾਂ ਇੰਗਲਿਸ਼ ਵਿੱਚ। ਦਮਦਮਾ ਸਾਹਿਬ ਦੇ ਜੋ ਸਿੰਘ ਆਏ ਨੇ ਉਹਨਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਨੇ, ਅਤੇ ਹੁਣ ਸੰਗਤ ਨੇ ਰਲ ਮਿਲ ਕੇ ਹੀ ਆਪ ਜੀ ਨੇ ਬਹੁਤਾ ਰਸ ਭਿੰਨਾ ਵਾਹਿਗੁਰੂ ਸਿਮਰਨ ਸ਼ਰਵਣ ਕੀਤਾ ਹੈ। ਅਤੇ ਹੁਣ ਜੋ ਲੜੀਵਾਰ ਕਥਾ ਸੀ ਉਸ ਦੀ ਸਮਾਪਤੀ ਵਾਸਤੇ ਜਿਹੜਾ ਆਖਰੀ ਜੋ ਅੱਜ ਦਾ ਹਿੱਸਾ ਹੈ ਆਪ ਜੀ ਸਾਹਮਣੇ ਰੱਖਣਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤੇ ਉਪਕਾਰ ਕੀਤੇ ਜੀਵਾਂ 'ਤੇ। So great is Guru Arjan Dev Ji Maharaj, who is blessed at these moments to be celebrating this Jod Mela. The whole Sangat is remembering Guru Arjan Dev Ji Maharaj Shahidi Divas, and the day that Maharaj has blessed us today as well. It's very warm, and Satguru Maharaj is almost as if giving their blessings as well through the climate that we're seeing today. So the last few days we've been hearing the Katha of Guru Arjan Dev Ji Maharaj Shahidi. ਜਿਵੇਂ ਜਿਹੜਾ ਚੰਦੂ ਸੀ ਬਹੁਤ ਪਾਪੀ, ਕਿਉਂਕਿ ਇਹਦਾ ਰਿਸ਼ਤਾ ਇਹਦੇ ਕੁੜੀ ਦਾ ਲੜਕੀ ਦਾ ਮਹਾਰਾਜ ਨੇ ਪ੍ਰਵਾਨ ਨਹੀਂ ਸੀ ਕੀਤਾ, ਸੋ ਇਸ ਨੇ ਹੰਕਾਰ ਦੇ ਬਚਨ ਕੀਤੇ ਸੀ। ਮਹਾਰਾਜ ਨੇ ਉਸ ਵੇਲੇ ਫਿਰ ਬਚਨ ਜਿਹੜੇ ਸੀਗੇ ਸੰਗਤ ਦੀ ਚਿੱਠੀ ਜਿਹੜੀ ਮਿਲੀ ਸੀ ਕਿ ਮਹਾਰਾਜ ਇਹਦਾ ਜਿਹੜਾ ਵਿਆਹ ਦਾ ਆ ਰਿਹਾ ਹੈ ਪੁਰੋਹਿਤ ਗੱਲ ਕਰਨ ਵਾਸਤੇ, ਇਹਦੀ ਗੱਲ ਨਹੀਂ ਮਰਨੀ, ਕਿਉਂਕਿ ਇਸ ਨੇ ਗੁਰੂ ਘਰ ਨੂੰ ਮੋਰੀ ਕਿਹਾ ਹੈ, ਗੁਰੂ ਘਰ ਨੂੰ ਨੀਵਾਂ ਕਿਹਾ ਹੈ, ਆਪਣੇ ਆਪ ਨੂੰ ਚੁਬਾਰਾ ਸਾਧਦਾ ਹੈ, ਆਪਣੀ ਬੇਟੀ ਨੂੰ ਚੁਬਾਰੀ ਦੀ ਇੱਟ ਕਿਹਾ ਹੈ। ਸੋ ਇਸ ਕਰਕੇ ਇਹ ਬਹੁਤ ਹੰਕਾਰਿਆ ਹੋਇਆ, ਇਹਦਾ ਰਿਸ਼ਤਾ ਨਹੀਂ ਮੰਨਣਾ। ਮਹਾਰਾਜ ਨੇ ਸਿਰ ਮੱਥੇ ਪ੍ਰਵਾਨ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਅਤੇ ਰਿਸ਼ਤਾ ਇੱਕ ਵਾਰੀ 2 ਵਾਰੀ ਇਨਕਾਰ ਕੀਤਾ ਮਹਾਰਾਜ ਨੇ। ਚੰਦੂ ਉਸ ਥਾਂ ਤੋਂ ਉਸ ਸਮੇਂ ਤੋਂ ਜਲਿਆ ਹੋਇਆ ਸੀ। So Chandu, the evil Chandu, who was the main courtier of the king of India at that time, Jahangir, his daughter's rishta had been refused. Maharaj didn't accept the rishta on the saying of the Gursikh Sangat, because Chandu had uttered very egotistical words when he sent the matchmaker, when he sent the Purohit, the Brahmin, to say to Guru Arjan Dev Ji Maharaj that Guru Hargobind Ji Maharaj, the son of Guru Arjan Dev Ji Maharaj, should marry Chandu's daughter. But Maharaj refused, because the letter from the Sikh Sangat of Delhi had already reached Guru Arjan Dev Ji Maharaj, saying not to accept this letter, not to accept this rishta.
So Chandu was harboring evil, jealous thoughts towards Guru Arjan Dev Ji Maharaj. ਤੇ ਨਾਲ ਫਿਰ ਇਸ ਪਾਪੀ ਨੇ ਫਿਰ ਸੁਲੱਭੀ ਖਾਨ, ਸੁਲਹੀ ਖਾਨ ਨੂੰ ਭੇਜਣਾ ਕੀਤਾ। ਉਹ ਰਸਤੇ ਵਿੱਚ ਮਰ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਨੂੰ ਕੌਣ ਦੇਖ ਸਕਦਾ ਹੈ ਇਹੋ ਜਿਹੀ ਬਿੰਗੀ ਅੱਖ ਨਾਲ? ਟੇਢੀ ਅੱਖ ਨਾਲ ਕੌਣ ਦੇਖ ਸਕ ਰਿਹਾ ਹੈ? ਪਾਪੀ ਦੇ ਅੱਖਾਂ ਨਾਲ ਕੌਣ ਦੇਖ ਰਿਹਾ? ਕੋਈ ਨਹੀਂ ਦੇਖ ਸਕਦਾ। ਸੋ ਇਸ ਕਰਕੇ ਸੁਲਹੀ ਖਾਨ, ਸੁਲੱਭੀ ਖਾਨ ਦੋਨੋਂ, ਪਹਿਲਾਂ ਉਹਦਾ ਚਾਚਾ ਲੱਗਦਾ ਹੈ ਸੁਲੱਭੀ ਖਾਨ ਦਾ, ਸੁਲਹੀ ਖਾਨ ਆਇਆ ਅਤੇ ਰਸਤੇ ਵਿੱਚ ਦੋ ਫਾੜ ਹੋ ਗਿਆ ਹੈ। ਪ੍ਰਿਥੀ ਚੰਦ ਦੇ ਘਰ ਆਉਂਦਾ ਹੈ, ਭੱਠੇ ਉੱਪਰ ਚੜ੍ਹਦਾ ਹੈ ਘੋੜੇ ਨਾਲ, ਵਿੱਚ ਹੀ ਭੱਠੇ ਵਿੱਚ ਸੜ ਜਾਂਦਾ ਹੈ। ਉਹਦਾ ਆਪਣਾ ਸ਼ਾਸਤਰ ਸੁਲਹੀ ਖਾਨ ਦਾ, ਅਤੇ ਉਹਦਾ ਸਿਰ ਵੱਢ ਦਿੰਦਾ ਹੈ, ਆਪਣਾ ਗਲਾ ਵੱਢ ਦਿੰਦਾ, ਆਪਣਾ ਹੀ ਸ਼ਾਸਤਰ ਹੀ, ਜਦ ਘੋੜਾ ਡਿੱਗਦਾ ਹੈ ਭੱਠੇ 'ਚ। ਸੋ ਇਸ ਕਰਕੇ ਨਾਲ ਹੀ ਸੁਲੱਭੀ ਖਾਨ ਫਿਰ ਇਹ ਬਦਲਾ ਲੈਣ ਜਾਂਦਾ ਹੈ ਆਪਣੇ ਚਾਚਾ ਦਾ। ਅਤੇ ਕੀ ਹੁੰਦਾ ਹੈ ਰਸਤੇ ਵਿੱਚ? ਇਹਦਾ ਕੋਈ ਅੱਗੇ ਅਹਿਲਕਾਰ ਸਈਦ ਜੋ ਕੰਮ ਕਰ ਰਹੇ ਸੀ ਸੁਲਹੀ ਖਾਨ ਨਾਲ, ਇਹਦੇ ਚਾਚਾ ਜੀ ਨਾਲ, ਉਹਨੇ ਕਿਤੇ ਮਾਇਆ ਨਾ ਦਿੱਤੀ ਹੋਵੇ ਅਤੇ ਉਹਨਾਂ ਨੇ ਇਹਦੇ ਜੰਮ ਧਾੜ ਮਾਰ ਦਿੱਤੀ ਢਿੱਡ ਵਿੱਚ। ਕਹਿੰਦੇ ਸਾਨੂੰ ਮਾਇਆ ਦੇ ਮੁੱਕਰ ਗਿਆ ਸੀ ਸੁਲੱਭੀ ਖਾਨ, ਇਹ ਵੀ ਮਰ ਗਿਆ ਰਸਤੇ ਵਿੱਚ। ਜਾਂਦੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਕੜਨ ਵਾਸਤੇ, ਅਤੇ ਰਸਤੇ ਵਿੱਚ ਇਹਨਾਂ ਦੀ ਮੌਤਾਂ ਹੋ ਰਹੀਆਂ। So what happens is we hear Sulabhi Khan and Sulhi Khan, the uncle of Sulabhi Khan, first goes to arrest Guru Arjan Dev Ji Maharaj, gets to Prithi Chand's house, mounts the horse, and in ego showing Prithi Chand, Guru Arjan Dev Ji's elder brother, that he is very good at his horsemanship, he climbed onto the patta, onto the brick kiln, and he fell into it and he died. His own shastra came loose and chopped his own head off. And Maharaj did a pavan shabd in Gurbani, it says, Sulhi te Narayan Rakh. The Maharaj protected him from Sulhi. And then Sulabhi Khan, his nephew, he decides to go. And in the way, he meets an ex-worker of his uncle who demanded money from him. And when he said he didn't have anything to do with it, the ex-worker, the Sayyid, he gets a jamtar, he gets a shastra out and puts it into his stomach and he kills him as well. So he's died halfway as well. ਉਹ ਵੀ ਵਿੱਚ ਹੀ ਮਰ ਗਿਆ ਸੁਲੱਭੀ ਖਾਨ। ਫਿਰ ਇਹਨਾਂ ਦਾ ਵੱਡੇ ਭਰਾਤਾ ਪ੍ਰਿਥੀ ਚੰਦ ਇੰਨੀ ਈਰਖਾ ਰੱਖਦੇ ਸਨ, ਕਈ ਵਾਰ ਯਤਨ ਵੀ ਕੀਤੇ ਮਹਾਰਾਜ ਨੂੰ ਜ਼ਹਿਰ ਪਿਲਾਉਣ ਵਾਸਤੇ, ਛੋਟੇ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੂੰ ਬੇਅੰਤ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ। ਫਿਰ ਇਹਨਾਂ ਕੀ ਹੋਇਆ, ਇਹ ਜਾਣ ਵਾਸਤੇ ਮਿਲਦਾ ਹੈ, ਇਹ ਜਾਂਦਾ ਹੈ ਰਸਤੇ ਵਿੱਚ, ਮਿਲਣਾ ਚਾਹੁੰਦਾ ਹੈ ਜਹਾਂਗੀਰ ਨੂੰ ਅਤੇ ਚੰਦੂ ਨੂੰ, ਅਤੇ ਰਸਤੇ ਵਿੱਚ ਹੀ ਇਹਦੇ ਢਿੱਡ ਵਿੱਚ ਪੀੜਾ ਹੁੰਦੀ ਹੈ, ਹੈਜ਼ਾ ਹੋ ਜਾਂਦਾ, ਮਰ ਜਾਂਦਾ ਹੈ ਵੀ। ਸੋ ਚੰਦੂ had invited Prithi Chand, the elder brother of Guru Arjan Dev Ji, who was harboring ill feeling towards Guru Arjan Dev Ji Maharaj because he considered himself to be the Guru. And on the way, what happens when he goes to meet Jahangir? Prithi Chand develops cholera overnight and he dies of the pains in the stomach because they were plotting and planning against Guru Ji. ਫਿਰ ਕੀ ਹੁੰਦਾ ਹੈ, ਇਹ ਚੰਦੂ ਫਿਰ ਵੀ ਨਹੀਂ ਪਛਾਣਦਾ, ਇਹ ਫਿਰ ਵੀ ਚੁਗਲੀ ਕਰਦਾ ਹੈ ਜਹਾਂਗੀਰ ਕੋਲ ਵਾਰ-ਵਾਰ। ਕਹਿੰਦਾ ਹੈ ਮਹਾਰਾਜ ਚੋਰ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀ ਸੰਗਤ ਚੋਰ ਹੈ, ਇਹ ਚੋਰਾਂ ਨੂੰ ਸੰਭਾਲਦੇ ਨੇ, ਚੋਰੀਆਂ ਕਰਾਉਂਦੇ ਨੇ ਮਾਝੇ ਦੇਸ਼ ਵਿੱਚ, ਇਸ ਤਰ੍ਹਾਂ ਚੁਗਲੀਆਂ ਕਰਾਉਂਦਾ ਹੈ ਚੰਦੂ। ਫਿਰ ਅੰਤ ਵਿੱਚ ਇਹ ਕਹਿ ਦਿੰਦਾ ਹੈ ਕਿ ਜਿਹੜਾ ਖੁਸਰੋ ਹੈ, ਜਿਹੜਾ ਜਹਾਂਗੀਰ ਦਾ ਪੁੱਤਰ ਸੀ, ਜਿਹਨੂੰ ਦੇਸ਼ ਨਿਕਾਲਾ ਕੀਤਾ ਸੀ, ਕਿ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਹਾਇਤਾ ਦਿੱਤੀ, ਨਾਲ ਲੰਗਰ ਪਾਣੀ ਵੀ ਦਿੱਤਾ, ਨਾਲ ਮਾਇਆ ਵੀ ਦਿੱਤੀ, ਸਰੋਪਾ ਵੀ ਦਿੱਤੇ। ਇਸ ਤਰ੍ਹਾਂ ਚੁਗਲੀ ਕਰਦਾ ਹੈ। ਜਹਾਂਗੀਰ ਦਾ ਮਨ ਇੱਧਰ ਉੱਧਰ ਹੋ ਜਾਂਦਾ ਹੈ। ਇਹ ਫਿਰ ਗੁਰੂ ਸਾਹਿਬ ਨੂੰ ਬੁਲਾਉਂਦਾ ਹੈ ਲਾਹੌਰ ਵਿਖੇ। So what happens is Jahangir hears from Chandu the made up false accusations that Guru Arjan Dev Ji Maharaj had given sanctuary to Khusrau, the son of Guru Arjan Dev, or the son of Jahangir. And Jahangir had already exiled his son, so he didn't want to hear that really. But when he heard it, he fell for the conspiracy that Chandu and his men in the court that he had bribed had basically set up. They invited Guru Arjan Dev Ji to Maharaj to Lahore. When Guru Arjan Dev Ji, jad Guru Arjan Dev Ji Maharaj Lahore ਆਉਂਦੇ ਨੇ ਤੇ ਇੱਕ ਪਿਆਰੇ ਗੁਰਸਿੱਖ ਭਾਈ ਸੱਧੂ ਜੀ ਦੇ ਘਰ ਪਰਤਦੇ ਨੇ, ਉਸ ਨੂੰ ਨਿਹਾਲ ਕਰਦੇ ਨੇ, ਲੰਗਰ ਪਾਣੀ ਛਕਦੇ ਨੇ, ਬਹੁਤ ਪ੍ਰੇਮ ਸਹਿਤ, ਬਹੁਤ ਭਾਵਨਾ ਸਹਿਤ, ਬਹੁਤ ਸੁੱਚਮ ਨਾਲ ਭਾਈ ਸੱਧੂ ਜੀ ਨੇ ਲੰਗਰ ਪ੍ਰਸ਼ਾਦਾ ਛਕਾਉਣਾ ਕੀਤਾ। ਸਾਰਾ ਰਸੋਈ ਪਹਿਲਾਂ ਐਨ ਸਫਾਈ ਕਰਕੇ, ਤਿਆਰੀਆਂ ਕਰਕੇ, ਫਿਰ ਇਸ਼ਨਾਨ ਕੀਤਾ। ਫਿਰ ਇਸ਼ਨਾਨ ਕਰਕੇ ਸਿੰਘ ਸਿੰਘਣੀ ਨੇ, ਸਿੱਖ ਸਿੱਖਣੀ ਨੇ, ਭਾਈ ਸੱਧੂ ਜੀ ਦੇ ਘਰ ਵਾਲੀ ਨੇ
ਬਹੁਤ ਪ੍ਰੇਮ ਸਹਿਤ ਜਪਜੀ ਸਾਹਿਬ ਪੜ੍ਹਦੇ ਹੋਏ, ਜਪ ਬਾਣੀ ਪੜ੍ਹਦੇ ਹੋਏ ਲੰਗਰ ਪਾਣੀ ਪ੍ਰਸ਼ਾਦਾ ਤਿਆਰ ਕੀਤਾ ਗੁਰੂ ਸਾਹਿਬ ਵਾਸਤੇ। ਬਹੁਤ ਗਦਗਦ ਹੋਏ ਕਿਉਂਕਿ ਇਹ ਰੋਜ਼ ਯਾਦ ਕਰਦਾ ਸੀ ਕਿ ਮਹਾਰਾਜ ਮੇਰੇ ਘਰ ਆਉਣ, ਮਹਾਰਾਜ ਅੰਤਰਜਾਮੀ ਨੇ। ਬਹੁਤ ਬੇਅੰਤ ਗੁਰਸਿੱਖ ਧਰਮਸ਼ਾਲਾ ਵੀ ਸੀ ਲਾਹੌਰ ਵਿਖੇ, ਜਿੱਥੇ ਚੂਨਾ ਮੰਡੀ ਕਹਿੰਦੇ ਨੇ, ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਸੱਜਦੇ ਸਨ, ਜਿੱਥੇ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਜਿੱਥੇ ਗੁਰੂ ਅਰਜਨ ਦੇਵ ਜੀ ਆਪ ਪ੍ਰਚਾਰ ਕਰਦੇ ਸੀ ਸਿੱਖ ਸੰਗਤ ਨੂੰ। ਅਤੇ ਉਹ ਉਸ ਜਗ੍ਹਾ 'ਤੇ ਵੀ ਨਹੀਂ ਗਏ ਮਹਾਰਾਜ, ਇਹ ਸਿੱਧੇ ਭਾਈ ਸੱਧੂ ਜੀ ਦੇ ਘਰ ਗਏ। ਵੱਡੇ ਗੁਰਸਿੱਖ ਕਮਾਈਆਂ ਵਾਲੇ ਮਹਾਂਪੁਰਖ ਵੀ ਰਹਿੰਦੇ ਸੀ ਲਾਹੌਰ ਵਿਖੇ, ਪਰ ਇਹਦੇ ਘਰ ਗਏ। ਪ੍ਰੇਮ ਸਹਿਤ ਭੇਜਿਆ ਹੋਇਆ ਸੀ, ਇਹਨੂੰ ਨਿਹਾਲ ਕਰਨਾ ਸੀ ਕਿਉਂਕਿ ਯਾਦ ਕਰਦਾ ਸੀ। ਇਹਦੇ ਘਰ ਫਿਰ ਭਾਈ ਅਰਥਮਲ ਜੀ ਆਉਂਦੇ ਨੇ, ਵੱਡੇ ਜਿਹੜੇ ਭੱਲਿਆਂ ਤੋਂ ਵੱਡੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਦੀ ਵੰਸ਼ ਵਿੱਚੋਂ ਆਉਂਦੇ ਨੇ, ਅਤੇ ਸਤਿਗੁਰੂ ਮਹਾਰਾਜ ਨੂੰ ਇਹ ਬਚਨ ਕਰਦੇ ਨੇ ਭਾਈ ਅਰਥਮਲ ਜੀ ਕਿ ਮਹਾਰਾਜ ਮੈਂ ਜਾਂਦਾ ਹੈ, ਮੈਂ ਕੁਰਬਾਨ ਹੁੰਦਾ ਹਾਂ ਤੁਹਾਡੇ ਵਾਸਤੇ, ਤੁਸੀਂ ਕਿਉਂ ਕੁਰਬਾਨ ਹੋਣਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸ ਦਿੱਤਾ ਸੀ ਸੰਗਤ ਨੂੰ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਵਿਖੇ ਕਿ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਗੁਰੂ ਬਣਾਉਣਾ। ਭਾਈ ਬੁੱਢਾ ਜੀ ਆਦਿਕ, ਭਾਈ ਗੁਰਦਾਸ ਜੀ ਆਦਿਕ, ਭਾਈ ਪੁਰਾਣਾ ਜੀ ਆਦਿਕ ਬ੍ਰਹਮ ਗਿਆਨੀਆਂ ਨੂੰ ਕੋਲ ਸੱਦ ਕੇ ਅਤੇ ਉਹਨਾਂ ਦੀ ਸਲਾਹ ਮਸ਼ਵਰਾ ਲੈ ਕੇ ਅਤੇ ਕਹਿਣ ਲੱਗੀ ਸੀ ਕਿ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਇਸ ਤਰ੍ਹਾਂ 3 ਪਰਿਕਰਮਾ ਕਰਕੇ ਗੱਦੀ ਬਖਸ਼ ਦਿੱਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਫਿਰ 11 ਸਾਲ ਦੀ ਉਮਰ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਅਰਥਮਾਲ ਜੀ ਨੂੰ ਕਿ ਅਸੀਂ ਕੁਰਬਾਨ ਹੋਣਾ ਹੈ ਧਰਮ ਵਾਸਤੇ। ਬਹੁਤ ਕਾਰਨ ਨੇ, ਇਹ ਕਾਰਨ ਸੁਦੇ ਸਿੱਧ ਪਤਾ ਲੱਗੂਗਾ ਸਾਰਾ ਕੁਛ ਹੀ। ਜ਼ਾਲਮਾਂ ਦੀ ਜਿਹੜੀ ਜੜ ਹੈ ਇਹ ਪਟਵਾਉਣੀ ਹੈ, ਹੁਕਮ ਵਿੱਚ ਦੱਸਣਾ ਹੈ ਕਿ ਹੁਕਮ ਵਿੱਚ ਰਹਿਣਾ ਹੈ, ਹੰਕਾਰ ਤੋੜਨਾ ਹੈ, ਜਿਹੜੇ ਸਰੀਰ ਦਾ ਹੰਕਾਰ ਰੱਖਦੇ ਨੇ ਉਹਨਾਂ ਦਾ ਮਾਣ ਤੋੜਨਾ ਹੈ, ਸੱਚ ਨੂੰ ਖੜਾ ਕਰਨਾ ਹੈ, ਹੁਕਮ ਵਿੱਚ ਰਹਿਣ ਦਾ। ਸਾਈ ਮੀਆਂ ਮੀਰ ਜੀ ਨੇ ਪੁੱਛਿਆ ਸੀ ਇੱਕ ਵਾਰੀ, ਕਹਿੰਦੇ ਕਿ ਇਹ ਜਿਹੜੇ ਸੁਖਮਨੀ ਸਾਹਿਬ ਵਿੱਚ ਦੱਸਦੇ ਆ ਜੀਵਨ ਮੁਖ ਦੀ ਅਵਸਥਾ ਕਿ ਆ ਦੁੱਖ ਸੁੱਖ ਵਿੱਚ ਸਮਦ੍ਰਿਸ਼ਟ ਰੱਖਣੀ, ਭਾਣਾ ਮੰਨਣਾ, ਇਹ ਕਿਸ ਤਰ੍ਹਾਂ ਸਾਨੂੰ ਵੀ ਦਰਸ਼ਨ ਕਰਾਓ ਇਹੋ ਜਿਹੇ ਮਹਾਂਪੁਰਖਾਂ ਦੇ। ਸਤਿਗੁਰੂ ਮਹਾਰਾਜ ਕਹਿੰਦੇ ਕਿ ਆਪਣੇ ਸਾਹਮਣੇ ਹੋਵੇਗਾ ਸਾਰਾ ਕੁਛ, ਆਪ ਜੀ ਸਾਹਮਣੇ ਹੋਵੇਗਾ। ਮਹਾਰਾਜ ਆਪਣੇ ਬਾਰੇ ਦੱਸ ਰਹੇ ਸੀ ਕਿ ਆਪਣਾ ਕੁਰਬਾਨ ਕਰਕੇ ਇਹ ਸਾਹਮਣੇ ਫਿਰ ਬੇਨਤੀਆਂ ਕਰੂਗਾ ਆਣ ਕੇ ਸਾਈ ਮੀਆਂ ਮੀਰ ਜੀ। So what happens is Guru Sahib left Amritsar Sahib after giving Gurgati to Guru Hargobind Ji Maharaj, who was only 11 years old at that time. Matha take before Guru Hargobind Ji Maharaj, put the jot into Arjan Kaya Palt Kai Murta Hargobind Savari. Bhai Gurdas Ji says that Guru Arjan Dev Ji Maharaj changed the external form, but the internal form they just passed on. Gave it to Guru Hargobind Ji Maharaj, gave him the Gurgati, walked around him 3 times, a matha take beside them 3 times, and said, you are now the Guru, in the company of Baba Buddha Ji, Bhai Gurdas Ji, Bhai Jetha Ji, Bhai Purana Ji, Bhai Bidhi Chand Ji Adik, in the Kotha Sahib Asthan, where Satguru Guru Granth Sahib Ji Maharaj is Sukhasaned every morning, every evening, and Prakash every morning. Then Guru Arjan Dev Ji Maharaj went to Lahore with 5 Sikhs, Bhai Purana Ji, Bhai Jetha Ji, Bhai Bidhi Chand Ji, ਭਾਈ ਪੈਰਾ ਜੀ ਅਤੇ ਭਾਈ ਲੰਗਾਹਾ ਜੀ। these 5 Sikhs, ਇਹ 5 ਸਿੱਖ ਹੋ ਜਾਂਦੇ ਨੇ ਗੁਰੂ ਸਾਹਿਬ ਨਾਲ। ਬਹੁਤ ਸੰਗਤ ਵਿੱਚ ਵੈਰਾਗ ਹੈ, ਵਾਰ-ਵਾਰ ਮਹਾਰਾਜ ਦੇ ਚਰਨ ਪਰਸਦੇ ਨੇ, ਵਾਰ-ਵਾਰ ਅਥਰੂ ਨਾਲ ਮਹਾਰਾਜ ਦੇ ਚਰਨ ਧੋਂਦੇ ਨੇ। ਸਤਿਗੁਰੂ ਮਹਾਰਾਜ ਫਿਰ ਲਾਹੌਰ ਆਉਂਦੇ ਨੇ, ਪ੍ਰੇਮ ਸਹਿਤ ਲੰਗਰ ਛਕਦੇ ਨੇ ਭਾਈ ਸੱਧੂ ਜੀ ਦੇ ਘਰ ਵਿਖੇ, ਗ੍ਰਹਿ ਵਿਖੇ। ਭਾਈ ਅਰਥਮਲ ਪਹੁੰਚਦੇ ਨੇ ਅਤੇ ਇਹ ਕਹਿੰਦੇ ਕਿ ਮੈਂ ਕੁਰਬਾਨ ਹੁੰਦਾ, ਮਹਾਰਾਜ ਤੁਸੀਂ ਕਿਉਂ ਕੁਰਬਾਨ ਹੋਣਾ ਹੈ। ਕਿਉਂਕਿ ਭੱਲਿਆਂ 'ਚੋਂ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪੋਤਰੇ ਲੱਗਦੇ ਨੇ। ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਮਹਾਰਾਜ ਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਹੋਏ ਨੇ। ਉਸ ਤੋਂ ਬਾਅਦ ਫਿਰ ਬਾਬਾ ਮੋਹਰੀ ਜੀ ਦੇ ਜਿਹੜੇ ਪੁੱਤਰ ਸਨ, ਬਾਬਾ ਅਰਥਮਲ ਜੀ, ਬਾਬਾ ਸੁੰਦਰ ਜੀ, ਬਾਬਾ ਆਨੰਦ ਜੀ ਆਦਿਕ, ਇਹ ਸਾਰੀ ਅੰਸ਼ ਵੰਸ਼ ਗੁਰੂ ਅਮਰਦਾਸ ਜੀ ਮਹਾਰਾਜ 'ਚੋਂ ਗੁਰੂ ਭਾਈ ਅਰਥਮਲ ਜੀ ਆਏ। ਕਹਿੰਦੇ ਮਹਾਰਾਜ ਮੈਂ ਕੁਰਬਾਨ ਹੁੰਦਾ ਹਾਂ, ਤੁਸੀਂ ਕਿਉਂ ਜਾਣਾ ਹੈ। ਮੇਰੇ ਕੋਲ ਬਖਸ਼ਿਸ਼, ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਕਮਾਈ ਵਾਲੇ ਸਾਧੂ ਸਨ ਭਾਈ ਅਰਥਮਲ ਜੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਇਹ ਸਾਡਾ ਕਾਰਨ ਹੈ, ਪਰ ਤੁਹਾਡੇ ਵੀ 40 ਦਿਨ ਰਹਿੰਦੇ ਨੇ, ਤਾਂ ਤੁਸੀਂ ਫਿਰ 40 ਦਿਨਾਂ ਬਾਅਦ ਸਾਡੇ ਕੋਲ ਸੱਚਖੰਡ ਵਿੱਚ ਆ ਜਾਣਾ। ਦੇਖੋ ਕਿੰਨੀ ਸੁਧ ਸਥਿਤੀ, ਇਸ ਤਰ੍ਹਾਂ ਕਮਾਈਆਂ ਵਾਲਿਆਂ ਦੇ ਹਿੱਸੇ ਆਉਂਦੀਆਂ ਗੱਲਾਂ। ਭਾਈ ਅਰਥਮਲ ਜੀ, the grandson of Guru Amardas Ji Maharaj, he comes and he says, Maharaj, I'll go Qurban, I'll sacrifice myself, why are you going for? He had that spirituality, that avastha. And Guru Sahib said to him, it's my car is this Shahidi, but you've got 40 days remaining anyway, you can come and meet me in Sachkhand after. Look at the greatness of our Guru Sikhs Itihas. Look at spiritual avastha they had without effort. You know, those people who put effort in spiritually,
We have to try and put effort in somehow. Satguru Maharaj will do kirpa. ਫਿਰ ਅੰਗਦ ਹੁੰਦੇ ਨੇ, ਫਿਰ ਇਹ ਜਹਾਂਗੀਰ ਕੋਲ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਾਂ ਸਿੱਖਾਂ ਸਮੇਤ ਚੰਦੂ ਕਿਨਾਰੇ ਮਿਲਦੇ ਹੈ ਰਾਵੀ ਤੇ ਜਲਦਾ ਹੈ ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ। ਸਤਿਗੁਰੂ ਮਹਾਰਾਜ ਫਿਰ ਆਪ ਆਉਂਦੇ ਨੇ। ਜਦ ਅਹਿਲਕਾਰ ਭਾਈ ਵਜ਼ੀਰ ਖਾਨ ਜਿਹੜਾ ਹੈ ਇਹ ਭੇਜਣਾ ਕੀਤਾ ਹੈ, ਇਹ ਜਾਂਦਾ ਹੈ ਗੁਰੂ ਸਾਹਿਬ ਕੋਲ। ਬਹੁਤ ਸ਼ਰਧਾਵਾਨ ਸੀ। ਇਹਦਾ ਜਿਹੜਾ ਰੋਗ ਸੀ ਮਹਾਰਾਜ ਨੇ ਉਠਾਲਿਆ ਹੋਇਆ ਸੀ, ਜਿਹੜਾ ਪਾਣੀ ਭਰ ਜਾਣਾ ਢਿੱਡ ਵਿੱਚ, ਇਹ ਰੋਗ ਉਠਾਲਿਆ ਸੀ ਬਾਬਾ ਬੁੱਢਾ ਜੀ ਟੋਕਰਾ ਮਾਰ ਕੇ। ਸੇਵਾ ਦੀ ਟੋਕਰੀ ਜਿਹੜੀ ਸੀ ਕਾਰ ਸੇਵਾ ਵਾਲੀ, ਉਹ ਟੋਕਰੀ ਨੇ ਇਸ ਦਾ ਜਿਹੜਾ ਐਂਡੀਮਾ ਸੀ, ਇੰਗਲਿਸ਼ ਵਿੱਚ ਕਹਿੰਦੇ ਆ, ਜਿਹੜਾ ਪਾਣੀ ਵਿੱਚ ਇਹਦਾ ਭਰਿਆ ਹੋਇਆ ਸੀ ਢਿੱਡ ਸਾਰਾ, ਉਹ ਇੱਕ ਟੋਕਰੇ ਲਾਉਣ ਨਾਲ ਬਸ ਢਿੱਡ ਨਾਲ ਇਹਦਾ ਸਾਰਾ ਖਤਮ ਕਰ ਦਿੱਤਾ ਰੋਗ। ਸੁਖਮਨੀ ਸਾਹਿਬ ਸੁਣਿਆ ਸੀ ਇਹਨੇ, ਜਿਹੜੀ ਬਾਹਰਲੀ ਪੀੜਾ ਸੀ ਉਹ ਚਲ ਗਈ ਸੀਗੀ। ਵਜ਼ੀਰ ਖਾਨ ਨੇ ਰਸਤੇ ਵਿੱਚ ਸਿੱਖ ਸੁਖਮਨੀ ਸਾਹਿਬ ਪੜ੍ਹਦਾ ਸੀ ਕੰਠ, ਅਤੇ ਜਦ ਉਹਨੇ ਗਲੀ ਵਿੱਚ ਘੁੰਮਣਾ ਅਤੇ ਵਜ਼ੀਰ ਖਾਨ ਨੂੰ ਸੁਖਮਨੀ ਸਾਹਿਬ ਕੰਨਾਂ ਵਿੱਚ ਪੈਣੀ। ਜਦ ਕੰਨਾਂ ਵਿੱਚ ਪੈਣੀ ਤਾਂ ਇਹਨੇ ਸੋਚਣਾ ਕਿ ਮੇਰਾ ਦੁੱਖ ਹੀ ਦੂਰ ਹੋ ਜਾਂਦਾ ਹੈ ਜਦ ਬਾਣੀ ਸੁਣਦੇ। ਫਿਰ ਉਹਨੂੰ ਬੁਲਾਉਣਾ ਕੀਤਾ ਘਰ ਵੇਖੇ ਵਜ਼ੀਰ ਖਾਨ ਨੇ ਕਿ ਮੈਨੂੰ ਸੁਖਮਨੀ ਸਾਹਿਬ ਸੁਣਾ। ਸੁਖਮਨੀ ਸਾਹਿਬ ਸੁਣਾਉਣ 'ਤੇ ਇਹਦਾ ਪੀੜਾ ਸਾਰੀ ਖਤਮ ਹੋ ਗਈ, ਪਰ ਪਾਣੀ ਅੰਦਰ ਹਜੇ ਸੀਗਾ। ਫਿਰ ਇਹ ਗੁਰੂ ਸਾਹਿਬ ਕੋਲ ਜਾਂਦਾ ਹੈ ਅਤੇ ਗੁਰੂ ਸਾਹਿਬ ਕੋਲ ਬਾਬਾ ਬੁੱਢਾ ਜੀ ਰਾਹੀਂ ਕਿਰਪਾ ਹੁੰਦੀ ਹੈ। So Wazir Khan is sent by Jahangir, the one who is cured. He used to have a problem. He had like edema in his stomach, or water in his stomach basically, and he couldn't breathe. He was in really big difficulty. And then when he used to hear Gursikh used to recite Sukhmani Sahib walking past, that would give him some sukh, some peace. And on hearing that, he would then, by Wazir Khan then would say, I want him to recite Sukhmani Sahib to me. Called the Gursikh to his house, heard the whole Sukhmani Sahib, and all the pain got dissipated. But the water remained in his stomach. And then the Gursikh said, you should go to Amritsar Sahib and get darshan of Guru Arjan Dev Ji Maharaj. He will resolve the rest of the case. When he gets to Amritsar Sahib, he goes to Guru Arjan Dev Ji Maharaj, matha takes, and Maharaj says, go to Baba Buddha Ji. He is the doctor of the Guru Sikh's house. When he goes to Baba Buddha Ji sends him back to Guru Arjan Dev Ji Maharaj, says, no, it's Guru Arjan Dev Ji Maharaj who is actually the main person here. He comes back to Guru Arjan Dev Ji Maharaj. Guru Arjan Dev Ji Maharaj goes, no, you have to get the bakshish from Baba Buddha Ji. Maharaj is playing with their disease in a way. They go back to Baba Buddha Ji, and Baba Buddha Ji has a tokra of seva on his head and gets the tokra, the basket, and he smacks it in the stomach of Pai Wazir Khan. And Pai Wazir Khan's disease is taken away, his water's disappeared, all the pain's disappeared, the water's gone as well. And he's cured, and he falls in the Brahmgyani's charan, and Maharaj's charan, he says, Maharaj, do kirpa on me. That same Wazir Khan is sent by Jahangir to call Guru Sahib to Jahangir, and Maharaj said, this is the moment I've been waiting for. This is what I've been prepared for. Bhai Wazir Khan janda hai Guru Sahib kol, Sadhu Bhai Sadhu tere ka greh vekhe. Te Guru Sahib kehne ke ehi sama asi udik rahe se, asi aa rahe hain ape aa rahe hain. Fir Jahangir kol jande ne, ਉੱਥੇ ਮਸ਼ਵਰਾ ਗਿਆਨ ਦੀ ਗੱਲਾਂ ਕਰਦੇ ਨੇ ਕੁਛ ਕੁ, ਜਿਹੜੇ ਚੰਦੂ ਨੇ ਇਸ ਤਰ੍ਹਾਂ ਕਹਿ ਕੇ ਕਹੀਆਂ ਸੀ ਕਿ ਇਸ ਤਰ੍ਹਾਂ ਗਿਆਨ ਦੀ ਗੱਲਾਂ ਪੁੱਛ ਲਿਓ, ਫਿਰ ਬਾਅਦ ਵਿੱਚ ਮੇਰੇ ਹਵਾਲੇ ਕਰ ਦਿਓ। ਜਹਾਂਗੀਰ ਕਹਿੰਦਾ ਸੀਗਾ ਕਿ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਨੀ ਹੈ। Jahangir in his diaries, in his Tuzak Jahangir, he says, this false shop of untruth of Guru Arjan, I want to close it down. I want to stop this prachar because Muslims are becoming Guru Sikhs. His own Ahlkar, Wazir Khan, his own governors, like people of Wazir Khan were devotees of Guru Arjan Dev Ji Maharaj. And he didn't like it. So after some Gyan di ਗੱਲਾਂ ਉੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਸਾਰਾ ਵਿਉਂਤ ਵਿਉਂਦੀ ਦੱਸਦੇ ਨੇ ਕਿਉਂ ਕੁਰਬਾਨ ਹੋਣਾ ਅਸੀਂ। ਇਹਨੂੰ ਦੱਸਦੇ ਨੇ, ਸਮਝਾਉਂਦੇ ਨੇ ਨਾਰੇ ਕਿ ਇੱਕ ਤਾਂ ਹੁਕਮ ਵਿੱਚ ਰਹਿਣਾ, ਦੁੱਖ ਸੁੱਖ ਵਿੱਚ ਸੰਬਿਰਤੀ ਰੱਖਣੀ, ਪਰਮੇਸ਼ਰ ਨੂੰ ਇੱਕ ਜਾਣਨਾ, ਦੁੱਖ ਸੁੱਖ ਵਿੱਚ ਐਨ ਸਥਿਰਤਾ ਰੱਖਣੀ ਅਤੇ ਪਰਮੇਸ਼ਰ ਦਾ ਨਾਮ ਜਪਣਾ। ਇਹ ਤਿੰਨ ਚੀਜ਼ਾਂ ਦੱਸੀਆਂ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਹਾਂਗੀਰ ਨੂੰ। Maharaj tells him the cause of why they're going to be Qurban, tells him what a Brahmgyani, what a true saint of Parmeshwar, what a true Rasta of God is. And what was that? To recite the name of Vaheguru all times. When you get dukh and sukh, pain and suffering, see it as one. And the third thing, never forget Vaheguru with any single breath in the body. Those three gallan were said to Jahangir at that time. Then Chandu took opportunity. He took Guru Arjan Dev Ji Maharaj to his house. ਫਿਰ ਚੰਦੂ ਆਪਣੇ ਗ੍ਰਹਿ ਲੈ ਜਾਂਦਾ ਹੈ ਸ਼ਾਮ ਨੂੰ। ਸ਼ਾਮ ਦੇ ਵੇਲੇ ਫਿਰ ਇਹ ਜਿਹੜਾ ਖੋਟਾਪਨ ਸੀ ਇਹਦਾ, ਜਿੰਨੀ ਈਰਖਾ ਕੀਤੀ ਇਹਨੇ ਸਾਰਾ ਆਪਣੇ ਹਿਰਦੇ ਵਿੱਚ ਐਨ ਬੈਂਕ ਕਰਕੇ ਰੱਖੀ ਸੀ, ਉਹ ਸਾਰੀ ਪ੍ਰਗਟ ਕੀਤੀ ਇਹਨੇ ਪਾਪੀ ਨੇ। Then Chandu talks to Guru Arjan Dev Ji Maharaj, all the jealousy, all the corrupt practices that he had thought of, all of them were placed before Guru Arjan Dev Ji Maharaj. He said, either
ਯੂ ਟੇਕ ਦਿਸ ਰਿਸ਼ਤਾ, ਜਾ ਰਿਸ਼ਤਾ ਮੰਨੋ, ਜਾਂ ਫਿਰ ਆ ਸਵਾਸ ਤੁਹਾਡੇ ਜਾਣੇ, ਪ੍ਰਾਣ ਤੁਹਾਡੇ ਹੱਥ ਕਰਨੇ ਨੇ, ਸਵਾਸ ਕੱਟਣੇ ਪੈਣੇ ਆ, ਫਿਰ ਕੁਰਬਾਨ ਹੋਣਾ ਪੈਣਾ। ਸਤਿਗੁਰੂ ਮਹਾਰਾਜ ਕਹਿਣਗੇ ਸਾਨੂੰ ਜਿਹੜੀ ਦੂਜੀ ਚੋਇਸ ਉਹ ਪ੍ਰਵਾਨ ਹੈ, ਤੈਨੂੰ ਪਹਿਲਾਂ ਦੱਸਿਆ ਹੋਇਆ ਹੈ ਕਿ ਅਸੀਂ ਰਿਸ਼ਤਾ ਨਹੀਂ ਪ੍ਰਵਾਨ ਕਰਨਾ। ਫਿਰ ਇਹ ਝੂਠੀਆਂ ਗੱਲਾਂ ਇਹ ਲਾ ਦਿੰਦਾ, ਕਹਿੰਦਾ ਕਿ ਮਹਾਰਾਜ ਮੈਨੂੰ ਤੁਸੀਂ ਕੁੱਤਾ ਸੱਦ ਰਹੇ ਸੀ, ਹੁਣ ਮੈਂ ਕੁੱਤਿਆਂ ਵਾਂਗੂ ਇਸ ਤਰ੍ਹਾਂ ਹਾਲ ਕਰਾਂਗਾ, ਜਿਵੇਂ ਕੁੱਤੇ ਪਿੱਛੇ ਪੈਂਦੇ ਨੇ ਇਸ ਤਰ੍ਹਾਂ ਹੁਣ ਪਿੱਛੇ ਪਾਵਾਂਗਾ ਮੈਂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਜੇ ਤੂੰ, ਮੈਂ ਤਾਂ ਕਦੇ ਕਿਹਾ ਨਹੀਂ ਬਚਨ, ਜੇ ਤੂੰ ਆਪਣੇ ਮੂੰਹੋਂ ਕਹਾਉਂਦਾ ਹੈ ਆਪਣੇ ਆਪ ਨੂੰ ਕੁੱਤਾ, ਤੇ ਕੁੱਤਾ ਹੀ ਸਹੀ। ਜੇ ਤੂੰ ਕੁੱਤਾ ਕਹਾਉਂਦਾ ਆਪ ਨੂੰ ਤੇ ਕੁੱਤੇ ਵਾਂਗ ਕਰਤੂਤਾਂ ਕਰਨੀਆਂ ਹੈ ਤੇ ਠੀਕ ਹੈ, ਫਿਰ ਜਿਵੇਂ ਤੇਰੀ ਮਰਜ਼ੀ, ਪਰ ਅਸੀਂ ਆਪਣੇ ਧਰਮ ਵਿੱਚ ਸਥਿਰ ਰਹਿਣਾ ਹੈ, ਅਸੀਂ ਤੇਰਾ ਰਿਸ਼ਤਾ ਨਹੀਂ ਮੰਨਣਾ। Satguru Maharaj says to him, Chandu says to Guru Maharaj that, Maharaj, you called me a dog over and over again. Maharaj said, I didn't call you that, but if you think, if it's coming from your own mouth that you want to call yourself that, then so be it. ਫਿਰ ਮਹਾਰਾਜ ਕਹਿਣ ਲੱਗੇ ਕਿ ਹਾਂ, ਭਾਵੇਂ ਸਾਡੇ ਜੇ ਗੁਰਸਿੱਖਾਂ ਦੇ ਮੂੰਹਾਂ ਵਿੱਚ ਨਿਕਲ ਗਿਆ ਇਹੋ ਜਿਹਾ ਲਫ਼ਜ਼, ਤਾਂ ਵੀ ਸਾਡਾ ਹੀ ਰੂਪ ਨੇ, ਉਹ ਸਾਡਾ ਹੀ ਮਮ ਰੂਪ ਨੇ ਉਹ ਸਾਡੇ ਸਿੱਖ, ਅਸੀਂ ਉਹਨਾਂ ਦੇ ਗੁਰੂ ਹਾਂ, ਅਸੀਂ ਲੁਕਣ ਵਾਲੇ ਨਹੀਂ ਹੈ। Maharaj said to him, if Gursikh has said that lafz about you, then so be it as well, then I'm their guru, I'm not going to hide, I take it on whatever you've got in mind. ਫਿਰ ਇਹਨੇ ਪਹਿਲਾਂ ਤਸ਼ੱਦਦ ਸ਼ੁਰੂ ਕਰਨਾ ਕੀਤਾ। ਉਸ ਸ਼ਾਮ ਦੇ ਵੇਲੇ ਕਹਿਣ ਲੱਗਾ ਮਹਾਰਾਜ ਨੂੰ ਖਿਲਾਉਣਾ ਨਹੀਂ ਹੈਗਾ, ਪ੍ਰਸ਼ਾਦਾ ਨਹੀਂ ਛਕਣ ਦੇਣਾ, ਪੀਣ ਨੂੰ ਨਹੀਂ ਦੇਣਾ, ਖੜਾ ਨਹੀਂ ਹੋਣ ਦੇਣਾ, ਪੈਣ ਨਹੀਂ ਦੇਣਾ, ਬੈਠਣ ਇੱਥੇ ਤੇ ਬੈਠੇ ਰਹਿਣ, ਤੇ ਇਹਨਾਂ ਨੂੰ ਕੁਛ ਦੇਣਾ ਨਹੀਂ ਹੈਗਾ। ਜੇ ਇਹ 1.25 ਲੱਖ ਰੁਪਏ ਦੇਣ ਪਹਿਲਾਂ, ਜਿਹੜਾ 1.25 ਲੱਖ ਰੁਪਇਆ ਦੇਣ ਪਹਿਲਾਂ ਖਾਣ ਵਾਸਤੇ, ਤਾਂ ਖਾਣ ਦੇਣਾ ਹੈ। 1 ਲੱਖ ਰੁਪਇਆ ਦੇਣ ਪਹਿਲਾਂ ਸੌਣ ਵਾਸਤੇ, ਤਾਂ ਸੌਣ ਦੇਣਾ ਹੈ। 1 ਲੱਖ ਰੁਪਇਆ ਦੇਣ ਪੀਣ ਵਾਸਤੇ, ਤਾਂ ਇਹ ਪੀ ਸਕਦੇ ਨੇ, ਕਿਉਂਕਿ ਇਹ ਝੂਠੀ ਗੱਲ ਕਹੀ ਸੀ ਇਹਨੇ ਜਹਾਂਗੀਰ ਕੋਲ ਕਿ 1.25 ਲੱਖ ਰੁਪਇਆ ਲੈ ਕੇ ਜੁਰਮਾਨਾ ਕਰੀਏ, ਕਿਉਂਕਿ ਇਹਨਾਂ ਨੇ ਬਹੁਤ ਚੋਰੀਆਂ ਕਰਾਈਆਂ ਨੇ। ਇਸ ਤਰ੍ਹਾਂ ਹੀ ਈਰਖਾ ਕੀਤੀ, ਕੁਝ ਸ਼ਬਦ ਕਹੇ ਮਹਾਰਾਜ ਵਾਸਤੇ। So after the first night, Maharaj is not allowed to eat, drink, or sleep, or even lie down. And if he wanted to do those things, he was said to have paid the supplies. The soldiers were told that they had to get 100,000 rupees of Maharaj for eating, for even sleeping, or even to get up or lying down. So ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਹੱਠ ਕਰਨਾ ਤੇ ਅਸੀਂ ਵੀ ਹੱਠੀ ਹਾਂ, ਨਹੀਂ ਛਕਾਂਗੇ, ਸਾਨੂੰ ਤਾਂ ਕੋਈ ਲੋੜ ਨਹੀਂ, ਤੇਰੇ ਹੱਥ ਤੋਂ ਅਸੀਂ ਕਿਹੜਾ ਖਾਣਾ ਹੈ, ਪਾਪੀਆਂ ਦੇ ਘਰਾਂ ਤੋਂ ਅਸੀਂ ਛਕਣਾ ਹੀ ਨਹੀਂ ਹੈ। Maharaj said, I'm going to stay focused, you're going to do your bit, I'll do my bit, I can't eat from your such papi's hands anyway. So Maharaj stayed there like that, didn't eat, drink, nothing. ਫਿਰ ਦੂਸਰੇ ਦਿਨ ਕੀ ਕਰਦੇ ਨੇ, ਜਲ ਲਿਆ ਕੇ ਫਿਰ ਮਹਾਰਾਜ ਨੂੰ ਜਲ ਵਿੱਚ ਬਿਠਾ ਦਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਉੱਠ ਕੇ ਇਹ ਸਿਪਾਹੀਆਂ ਨੂੰ ਕਹਿੰਦਾ ਹੈ, ਤਿਆਰੀ ਕਰਦਾ ਹੈ ਕਿ ਮਹਾਰਾਜ ਨੂੰ ਇਸ ਤਰ੍ਹਾਂ ਜਲ ਵਿੱਚ ਬਿਠਾਉਣਾ ਹੈ, ਤਪਤ ਨੀਰ ਕਰਨਾ ਹੈ, ਲੱਕੜ ਜਾਲਣੇ ਨੇ, ਇਸ ਤਰ੍ਹਾਂ ਇਹ ਕਹਿ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਆਪੇ ਹੀ ਬਾਹਰ ਆ ਗਏ ਨੇ, ਤੇ ਬਾਹਰ ਐਨ ਤਿਆਰ ਬਤਿਆਰ ਬਹਿ ਗਏ ਨੇ ਵਿੱਚ ਪਾਣੀ ਵਿੱਚ। ਸਾਰਾ ਦਿਨ ਸਤਿਗੁਰੂ ਮਹਾਰਾਜ ਦਾ ਸਰੀਰ ਉਸ ਛਾਲੇ ਹੋ ਗਿਆ ਉਸ ਪਾਣੀ ਵਿੱਚ, ਜਲ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ sitting in a hot cauldron, having hot water poured over their body, and they are sitting in equipoise. ਕੋਈ ਇੱਧਰ ਉੱਧਰ ਹੱਥ ਨਹੀਂ ਲਾਏ, ਕੋਈ ਸਰੀਰ ਨਹੀਂ ਇੱਧਰ ਉੱਧਰ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ is boiling alive, but Maharaj hasn't flinched once, sitting in quiet ਸਹਿਜ ਅਵਸਥਾ, just focused on ਪਰਮੇਸ਼ਰ ਵਾਹਿਗੁਰੂ। ਫਿਰ ਕਰਨਾ ਕੀਤਾ, ਇਹ ਘਰ ਜਾਂਦਾ ਹੈ ਤੇ ਹੋਰ ਵਿਉਂਤਬੰਦੀ ਸੋਚਦਾ ਹੈ ਚੰਦੂ ਪਾਪੀ ਕਿ ਮਰਨ ਹੋਰ ਕਿਵੇਂ ਤਸ਼ੱਦਦ ਦੇਣਾ ਕਰੀਏ। ਫਿਰ ਚੰਦੂ ਦੀ ਨੋਹ ਆਉਂਦੀ ਹੈ ਰਾਤ ਨੂੰ ਰੋਂਦੀ, ਕਿਉਂਕਿ ਇਹਦੇ ਪੇਕੇ ਜਿਹੜੇ ਸੀ ਉਹ ਗੁਰਸਿੱਖ ਸਨ, ਸੇਵਾ ਕਰਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਭਾਵਨਾ ਰੱਖਦੇ ਸੀ, ਤੇ ਰੋਈ ਹੈ, ਕੁਰਲਾਉਂਦੀ ਹੈ, ਆਣ ਕੇ ਮਹਾਰਾਜ ਕੋਲ ਨਾਲ ਪ੍ਰਸ਼ਾਦਾ ਪਾਣੀ ਲਿਆਉਂਦੀ ਹੈ, ਜਲ ਲਿਆਉਂਦੀ ਹੈ। ਮਹਾਰਾਜ ਨੇ ਅਰਪਣ ਨਹੀਂ ਕੀਤਾ, ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਕਹਿੰਦੇ ਇਸ ਭਾਪੀ ਦੇ ਹੱਥ ਦੇ ਘਰ ਨਹੀਂ ਅਸੀਂ ਪੀ ਜਾਂ ਖਾ ਸਕਦੇ, ਪਰ ਤੂੰ ਸ਼ਰਧਾ ਵਾਲੀ ਹੈ, ਜੇ ਤੂੰ ਸੁੱਖ ਚਾਹੁੰਦੀ ਹੈ ਤੇ ਤੈਨੂੰ ਵੀ ਸੱਚਖੰਡ ਜਾਣਾ ਪਾਉਣਾ ਹੈ, ਤੈਨੂੰ ਵੀ ਸਵਾਸ ਛੱਡਣੇ ਪੈਣੇ ਹੈ, ਕਿਉਂਕਿ ਇਹ ਵੀ ਕਮਾਈ ਵਾਲੀ ਸੀ। ਇਹ ਫਿਰ ਘਰ ਵਾਪਸ ਜਾਂਦੀ ਹੈ, ਰੋਂਦੀ ਕਰਲਾਉਂਦੀ ਵਿਚਾਰੀ, ਨਾ ਘਰ ਵਾਲਿਆਂ ਨੂੰ ਕੁਝ ਕਹਿ ਸਕਦੀ ਹੈ, ਕਿਉਂਕਿ ਸਹਾਰ ਨਹੀਂ ਸਕਦੀ ਦੁੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਤੇ ਇਹਨੇ ਵੀ ਪ੍ਰਾਣ ਮਨ ਵਿੱਚ ਕਰਦੀ ਹੈ ਕਿ ਹੁਣ ਪ੍ਰਾਣ ਛੱਡਣੇ ਪੈਣੇ ਆ ਗੁਰੂ ਸਾਹਿਬ ਨਾਲ ਹੀ। ਦੂਸਰੇ ਦਿਨ ਜਿਹੜਾ ਪਾਪੀ ਹੈ ਚੰਦੂ, ਇਹ ਸਿਪਾਹੀਆਂ ਨੂੰ ਫਿਰ ਗੁਰਸਿੱਖਾਂ ਤੇ ਹੱਥਾਂ ਤੇ ਮੂੰਹਾਂ ਤੇ ਮਰਵਾਉਂਦੇ ਨੇ। ਜਿਹੜੇ 5 ਸਿੱਖ ਸੀ ਨਾਲ, ਉਹਨਾਂ ਨੇ ਰੱਸਿਆਂ ਨੂੰ ਬੰਨਿਆ ਹੋਇਆ ਹੈ ਕਮਰੇ ਵਿੱਚ, ਦਰਸ਼ਨ ਦਿਉਰੀ ਵਿੱਚ, ਜਿਹੜੀ ਦਿਉਰੀ ਹੈ ਉਹਨਾਂ ਦੇ ਘਰ ਵਿੱਚ ਚੰਦੂ ਦੇ,
ਉੱਥੇ ਵਿੱਚ ਬੰਨਿਆ ਹੋਇਆ, ਜਦ ਤੰਗ ਹੁੰਦੇ ਨੇ, ਜਦ ਗੁਰੂ ਸਾਹਿਬ ਤਸ਼ੱਦਦ ਹੁੰਦਾ ਤੇ ਗੁਰਸਿੱਖ ਮੋਹਰੇ ਨੂੰ ਆਉਂਦੇ ਹੈ, ਉਹਨਾਂ ਤੇ ਲਾਠੀਆਂ ਵੱਜਦੇ ਨੇ ਮੂੰਹਾਂ ਵਿੱਚ, ਪੈਰਾਂ ਤੇ, ਹੱਥਾਂ ਤੇ। ਭਾਈ ਪੁਰਾਣਾ ਜੀ, ਭਾਈ ਬਿਧੀ ਚੰਦ ਜੀ ਆਦਿਕ ਤੇ ਸਤਿਗੁਰੂ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਅਸੀਂ ਸ਼ਕਤੀਆਂ ਦਿਖਾ ਦੇ ਨੇ। ਮਹਾਰਾਜ ਨਹੀਂ, ਬੈਠੇ ਰਹੋ, ਹੁਕਮ ਵਿੱਚ ਹੀ ਹੈ ਸਾਰਾ ਕੁਛ। ਉਹ ਬਹਿ ਜਾਂਦੇ ਨੇ ਫਿਰ ਚੁੱਪ ਕਰਕੇ, ਮਝਾ ਕੇ ਪਿਆਰੇ ਗੁਰਸਿੱਖ ਜਿਹੜੇ ਸੀ 5 ਸਿੱਖ। ਫਿਰ ਚੰਦੂ ਆਣ ਕੇ ਫਿਰ ਰੇਤਾ ਪਵਾਉਂਦਾ ਹੈ, ਰੱਤਾ ਤੱਤਾ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦ ਕਹਿਣ ਲੱਗੇ ਨੇ ਕਿ ਉੱਪਰ ਖੜ ਜਾਓ, ਮਹਾਰਾਜ ਆਪੇ ਖੜੇ ਹੋ ਗਏ ਨੇ ਤੇ ਤੱਤੇ ਰੇਤੇ ਤੇ ਖੜੇ ਰਹੇ। ਮਹਾਰਾਜ ਦੀ ਤਲੀਆਂ ਸੜ ਗਈਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਫਿਰ ਬੈਠ ਗਏ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਂਕੜੇ ਵਿੱਚ। ਤੱਤਾ ਰੇਤਾ ਸਰੀਰ ਤੇ ਪਾਉਂਦੇ ਨੇ ਤੇ ਜਦ ਤੱਤਾ ਰੇਤਾ ਪਾਉਂਦੇ ਨੇ ਤੇ ਸਤਿਗੁਰੂ ਮਹਾਰਾਜ ਸ਼ਕਤੀ ਨਹੀਂ ਦਿਖਾਉਣਾ ਚਾਹੁੰਦੇ, ਇਹਨੂੰ ਜ਼ਾਹਰ ਵੀ ਨਹੀਂ ਕਰਨਾ ਚਾਹੁੰਦੇ ਚੰਦੂ ਨੂੰ ਕਿ ਮਹਾਰਾਜ ਇੰਨੀ ਸ਼ਕਤੀਆਂ ਦੇ ਮਾਲਕ ਨੇ। ਆਪਣੇ ਆਪ ਹੀ ਸੁਧੇ ਸਿੱਧੀ ਬਾਹਰਲਾ ਜਿਹੜਾ ਸਰੀਰ ਹੈ ਉਹ ਇਸਦੇ ਫਲੂਹੇ ਕਰ ਦਿੱਤੇ ਨੇ, ਛਾਲੇ ਪੈ ਗਏ ਨੇ ਸਾਰੇ ਸਰੀਰ ਤੇ। ਮਹਾਰਾਜ ਦੇ ਸੀਸ ਉੱਪਰ ਰੇਤਾ ਪੈ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ is sitting on that after Chandu's daughter-in-law comes at night. She brings food and water for Maharaj because her parents were Gursikhs. Maharaj didn't accept it because she was the daughter-in-law of Chandu, but because she had bhavana faith, he gave that determination, that power, that spirituality that she could give her life. Because Maharaj said, you're going to see great dukh. Your husband Karamchand is going to die at the hands of Guru Hargobind Ji Maharaj in the second battle of Sri Hargobindpur. And your father-in-law is going to get saza anyway, punished, but you shouldn't see that dukh, so you should give up the swas with us when we go to Sachkhand. She goes back really distraught, but focused, thinking that I'm going to give up my life in this way for Guru Arjan Dev Ji Maharaj. Next day, Chandu has said he's heated up sand, and they've heated up the sand in such a way, it's boiling hot, it's gone white, it's glistening white. Then Guru Arjan Dev Ji Maharaj comes again and stands on it, and their souls are burning away. And then Maharaj sits on it. All of Maharaj's latta, all blistered. My whole Maharaj Sarir is not blistered. And Chandu says, put hot sand, put over Guru Arjan Dev Ji Maharaj's Sarir. And they put the hot sand over Maharaj, then Maharaj's Sarir. Maharaj is in no pain at all. But on the outside, because they're the Shakti Maharaj, they're the master of all powers, but they're keeping it gupt. They want Chandu to feel the pain and see that Maharaj is in pain, but Maharaj is feeling no pain. Maharaj's whole Sarir is full with blisters. Their head, their face, all got sand on it. Dhan Guru Arjan Dev Ji Maharaj sits on this hot sand all day long. And then in the evening, when Chandu still doesn't realize, he's battering the Gursikhs as well. Bhai Prana Ji, Adik and all, Bhai Jetha Ji are coming forward and banging into the walls because they can't take the torture that Guru Maharaj is going through. And they even do Bentiya. Bhai Prana Ji does Bentiya, Maharaj, give me the power, I've got the power to destroy all this Raj of Chandu in one night. I can destroy Delhi and Lahore in my hands. Maharaj says, Baithe raho. Don't you see I've got that much power? Control your power. Stay focused. And the Bhai Pranaji sits down quietly and takes that dukh, sees the dukh of Guru Arjan Dev Ji Maharaj, the outward satkar of Guru Arjan Dev Ji Maharaj. He can't take it. Even after that, he's banging into the walls with the rest of the Gursikhs and they're crying, saying, Maharaj is going through this much dishaddad, this much torture. ਫਿਰ ਰਾਤ ਨੂੰ ਜਿਹੜੀ ਸ਼ਕਤੀਆਂ ਦੇ ਮਾਲਕ ਨੇ, ਜਿਹੜੇ ਸਿੱਧ ਨੇ, ਜਿਹੜੇ ਹੰਕਾਰ ਕਰਦੇ ਨੇ ਆਪਣੇ ਸਰੀਰਾਂ ਦਾ ਯੋਗ ਆਸਨ ਲਾ ਕੇ, ਉਹ ਆਉਂਦੇ ਨੇ ਫਿਰ ਰਾਤ ਨੂੰ। ਉਹ ਹੈਰਾਨ ਹੁੰਦੇ ਨੇ, ਕਹਿੰਦੇ ਮਹਾਰਾਜ ਸਾਨੂੰ ਬਚਨ ਦਿਓ, ਸਾਨੂੰ ਹੁਕਮ ਦਿਓ ਤੇ ਅਸੀਂ ਜਿਹੜਾ ਟੁਕੜਾ, ਜਿਸ ਧਰਤੀ ਦਾ ਟੁਕੜਾ ਹੈ ਚੰਦੂ ਦੇ ਘਰ, ਇਹਨੂੰ ਇੱਕੋ ਦਮ ਹੀ ਇਸ ਇੱਧਰ ਨੂੰ ਮਾਰ ਦਿੰਦੇ ਆ, ਮਾਰ ਦਿੰਦੇ ਆ ਇਹਨੂੰ। ਮਹਾਰਾਜ ਕਹਿੰਦੇ ਕਿ ਨਹੀਂ, ਸਾਡੇ ਹੁਕਮ, ਸਾਡੇ ਕਾਰਜਾਂ ਵਿੱਚ ਦਖਲ ਨਾ ਦੇਣਾ ਕਰੋ, ਅਤੇ ਇਹ ਵੀ ਸਮਝ ਲਓ ਕਿ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸ਼ਕਤੀ ਦੇ ਮਾਲਕ ਬਣ ਕੇ ਵੀ ਉੱਡਦੇ ਫਿਰਦੇ ਆ ਆਪ, ਲੰਬੀ ਆਯੂਆਂ ਬਣਾਈਆਂ ਹੋਈਆਂ ਨੇ, ਨਹੀਂ ਹੰਕਾਰ ਨਹੀਂ ਕਰਨਾ ਚਾਹੀਦਾ ਸਰੀਰ ਦਾ। ਇਹ ਵੀ ਇਹਨਾਂ ਨੂੰ ਅਵਸਥਾ ਸਮਝਾਉਣਾ ਕੀਤੀ ਜੋਗੀਆਂ ਨੂੰ, 84 ਸਿੱਧ ਜਿਹੜੇ ਆਏ ਸੀ। So Gorakhnath comes with 84 Siddhs, the powerfulest people in India who got amazing yogic powers. They say, Maharaj, give us the hukam and we'll destroy. We'll take off this piece of land that Chandu's house is based on and we'll destroy it. Give us hukam. Maharaj goes, don't get in, don't interfere with my courage. And you shouldn't have hankar of your bodies either. You're not going to remain forever. Live in the will. Accept this is the will of God. Because they used to do Hatha Yoga and used to increase their age for so long and then fly around and use their Shakti and to make other people feel low. Guru Nanak Dev Ji Maharaj went to them and did many conversations with them. Japji Sahib is a reminder of that. Siddha Gostabani is a reminder of that.
And then after they go, ਇਹ ਸਿੱਧ ਜਾਂਦੇ ਨੇ, ਫਿਰ ਕੌਣ ਆਉਂਦਾ? ਫਿਰ ਮੀਆਂ ਮੀਰ ਆਉਂਦਾ ਹੈ, ਜਿਹਨੇ ਪੁੱਛਿਆ ਸੀ ਇੱਕ ਵਾਰੀ ਮਹਾਰਾਜ ਕਿ ਇਹ ਜੀਵਨ ਮੁਕਤ ਦੀ ਅਵਸਥਾ ਕਿਵੇਂ ਹੁੰਦੀ ਹੈ, ਇਹ ਸੁੱਖ ਦੁੱਖ ਜਿੱਦਾਂ ਸਾਡੀ ਕੋਈ ਉਸਤਤੀ ਕਰਦਾ ਤੇ ਅਸੀਂ ਚੱਕੇ ਜਾਂਦੇ ਹਾਂ, ਸਾਡੀ ਕੋਈ ਨਿੰਦਿਆ ਕਰਦੇ ਤੇ ਅਸੀਂ ਤਾਂ ਅੱਗ ਵਾਂਗੂ ਸਰ ਜਾਂਦੇ ਹਾਂ, ਤੇ ਮਹਾਰਾਜ ਇਹ ਦੱਸਣਾ ਕਰੋ ਕਿ ਇਹ ਜੀਵਨ ਮੁਕਤ ਅਵਸਥਾ ਕਿਹੜੀ ਹੈ ਜਿੱਥੇ ਸੁੱਖ ਦੁੱਖ ਜਿਹੜੇ ਕੋਈ ਉਸਤਤੀ ਕਰਦੇ ਨਿੰਦਿਆ ਕਰਦੇ ਇੱਕੋ ਹੀ ਰਸ ਰਹਿੰਦਾ ਹੈ ਸਾਰਾ। ਮਹਾਰਾਜ ਨੇ ਉਸ ਵੇਲੇ ਕਿਹਾ ਸੀ ਤੇਰੇ ਸਾਹਮਣੇ ਹੋਵੇਗਾ ਸਾਰਾ ਕੁਝ, ਉਹ ਸਮਾਂ ਆ ਗਿਆ। ਸਾਈਂ ਮੀਆਂ ਮੀਰ ਨੂੰ ਦੱਸਣਾ ਕੀਤਾ ਕਿ ਤੁਸੀਂ ਚੰਦੂ ਨੂੰ ਪਾਪੀ ਸਾਧਦੇ ਹਾਂ, ਪਰ ਤੁਸੀਂ ਬ੍ਰਹਮ ਗਿਆਨੀ ਸਾਧਦੇ ਹਾਂ, ਪਰ ਤੁਹਾਨੂੰ ਇੱਕ ਨਹੀਂ ਦਿਸਿਆ ਹਜੇ। ਉਹ ਭਾਵੇਂ ਪਾਪੀ ਹੈ ਪਰ ਉਹਦੇ ਵਿੱਚ ਵੀ ਆਤਮਾ ਪਰਮੇਸ਼ਰ ਦੀ ਹੈ, ਉਹਨੂੰ ਅਗਿਆਨ ਹੈ ਬਸ, ਪਰ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਪਰਮੇਸ਼ਰ ਦਾ ਇੱਕ ਦੇਖਣਾ ਸੇ ਸਾਰੇ ਪਾਸੇ ਇੱਕੋ ਹੀ ਹੈ, ਪਰਮੇਸ਼ਰ ਇੱਕੋ ਹੀ ਹੈ। ਤੇ ਤੁਸੀਂ ਜੇ ਬ੍ਰਹਮ ਗਿਆਨ ਵਿੱਚ ਪ੍ਰਵੇਸ਼ ਹੋਣਾ ਹੈ ਫਿਰ ਇੱਕ ਦਿਖਣਾ ਪੈਣਾ ਹੈ ਸਾਰਿਆਂ ਵਿੱਚ, ਸਾਰੀ ਸ੍ਰਿਸ਼ਟੀ ਨੂੰ ਇੱਕ ਸਮਝਣਾ ਹੈ। ਸਾਈਂ ਮੀਆਂ ਮੀਰ ਵੀ ਮੱਥਾ ਟੇਕਦਾ ਹੈ ਕਹਿਣ ਵਾਸਤੇ, ਇਹ ਵੀ ਕਹਿਣ ਵਾਸਤੇ ਆਇਆ ਸੀ ਕਿ ਮਹਾਰਾਜ ਮੈਂ ਸਾਰਾ ਕੁਝ ਖਤਮ ਕਰ ਦਿੰਦਾ ਚੰਦੂ ਦਾ, ਪਰ ਨਹੀਂ, ਮਹਾਰਾਜ ਨੇ ਮੰਨਿਆ ਨਹੀਂ। ਹੁਕਮ ਵਿੱਚ ਰਹਿਣ ਦੀ, ਹੁਕਮ ਵਿੱਚ ਰਹਿਣ ਦੀ ਹੀ ਅਵਸਥਾ ਬਖਸ਼ੀ ਸੀ ਮਹਾਰਾਜ ਨੇ। So Sai Mia Mirji comes and he said, Maharaj, give me hukum and I can destroy the whole deal. I can destroy Chandu and Jahangir in one go. Maharaj said, no. All the peers were with Sai Mia Mirji. And he says, you've got to this avastha, spiritual avastha, but you can still see Pap in him. You can still see Pap in Chandu. But you've got that high avastha. It can't be. You have to overlook it. You have to walk past that if you want to get the highest level of spirituality. And by giving out Qurbani, I'm going to show you that. I've got no vair power with Chandu, it's with his Kukkaram. His Pap, he's going to get the rewards for it. But I've got no enmity to anyone. ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਈਂ ਮੀਆਂ ਮੀਰ ਜੀ ਇਸ ਤਰ੍ਹਾਂ ਵਾਪਸ ਜਾਂਦੇ ਨੇ। ਫਿਰ ਕੀ ਹੁੰਦਾ ਹੈ? ਦੂਸਰੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਖੜਾ ਕੀਤਾ ਹੈ। ਤਤੀ ਤਵੀ ਤੇ ਫਿਰ ਬਿਠਾਲਣਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਾ ਸਰੀਰ ਜਿੰਨੇ ਫਲੂਏ ਹੋਏ ਨੇ, ਛਾਲੇ ਹੋਏ ਨੇ, ਲਾਲ ਐਨ ਮੂੰਹ ਮੁੱਖ, ਕਿਉਂਕਿ ਉੱਪਰੋਂ ਜੇਠ ਦੀ ਵੀ ਗਰਮੀ ਪੈ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ on the last day of torture then is made to sit on the hot plate by Chandu. The summer months of bearing down on Guru Arjan Dev Ji Maharaj's Pavitra Pavan face. Their face is burnt, their body is all burnt and blistered. But Dhan Guru Arjan Dev Ji Maharaj still in Sahaj Avastha. ਰਾਤ ਨੂੰ ਫਿਰ ਚੰਦੂ ਦੀ ਨਹੁੰ ਆਉਂਦੀ ਹੈ। ਮਹਾਰਾਜ ਤੇ ਹੋਰ ਦ੍ਰਿੜਤਾ ਬਖਸ਼ਦੇ ਨੇ, ਕਹਿੰਦੇ ਹੁਣ ਤਿਆਰੀ ਹੈ, ਇਹ ਕਹਿੰਦੀ ਤਿਆਰੀ ਹੈ, ਮਹਾਰਾਜ ਆਪ ਜੀ ਕਿਰਪਾ ਕਰਿਓ। ਮਹਾਰਾਜ ਨੇ ਵੀ ਤਿਆਰੀ ਕੀਤੀ ਸੱਚਖੰਡ ਜਾਣ ਵਾਸਤੇ। ਰਾਤੋਂ ਰਾਤ ਫਿਰ ਸਵੇਰ ਦੇ ਸਮੇਂ ਰਾਸਤੇ ਕਰਦੇ ਹੋਏ ਚੰਦੂ ਜਿਹੜਾ ਹੈ, ਕਿਉਂਕਿ ਹੁਣ ਦੇਖ ਲਓ 3.5-4 ਦਿਨ ਹੋ ਗਏ ਨੇ, ਮਹਾਰਾਜ ਨੇ ਕੁਛ ਛਕਿਆ ਨਹੀਂ ਹੈ, 5ਵਾਂ ਦਿਨ ਹੋਣ ਲੱਗਾ ਹੈ। ਨਾ ਸੁੱਤੇ ਨੇ ਮਹਾਰਾਜ, ਐਨ ਆਨੰਦ ਵਿੱਚ ਬੈਠੇ ਨੇ। ਇੰਨਾ ਤਸ਼ੱਦਦ ਵੀ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਉੱਪਰ। ਮਹਾਰਾਜ ਨੇ ਕੋਈ ਪੀੜਾ ਨਹੀਂ ਮਹਿਸੂਸ ਕੀਤੀ, ਪਰ ਬਾਹਰੋਂ ਸਰੀਰ ਇਸ ਤਰ੍ਹਾਂ ਹੋ ਗਿਆ ਹੈ, ਮਹਾਰਾਜ ਨੇ ਕਰਾ ਲਿਆ ਹੈ। ਫਿਰ ਇਹ ਚੰਦੂ ਨੇ ਸੋਚਿਆ ਕਿ ਸਤਿਗੁਰੂ ਮਹਾਰਾਜ ਦਾ ਧਰਮ ਭ੍ਰਿਸ਼ਟ ਕਰੀਏ। ਕਹਿੰਦਾ ਹੈ ਜਿਹੜੇ ਜਲਾਦ ਨੇ, ਜਿਹੜੇ ਆਦਿਕ ਚੰਡਾਲ ਨੇ, ਉਹਨਾਂ ਨੂੰ ਕਹਿੰਦੇ ਕਿ ਖਲ ਲਿਆਓ ਗਊ ਦੀ, ਗਿੱਲੀ ਖਲ ਮਹਾਰਾਜ ਵਿੱਚ ਇਹਨੂੰ ਮੜਵਾਉਣਾ ਹੈ। ਫਿਰ ਮੜਵਾ ਕੇ ਧੁੱਪ ਵਿੱਚ ਤੱਤੀ ਤਪਸ਼ ਵਿੱਚ ਬਿਠਾਲ ਕੇ ਜਦ ਇਹ ਸੁੰਗਰੂਗੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਵਾਸ ਇਹ ਸਾਰੇ ਸੁੰਗਰੂਗੇ, ਪ੍ਰਾਣ ਨਿਕਲ ਜਾਓਗੇ। ਇਸ ਤਰ੍ਹਾਂ ਇਹਨੇ ਵਿਉਂਤਬੰਦੀ ਸੋਚੀ ਹੈ। Then Chandu thinks, he calls his men over in the morning, the last day, the 5th day, and he wants Guru Arjan Dev Ji Maharaj to be put into the skin of a cattle that's just died and sewn into it so that Maharaj suffocates and put in the heat so that all the heat will help the dampness condense from the skin, and as the skin condenses, Maharaj will be suffocated in it and they will die. He wants to give that torture to Maharaj. ਨਹੀਂ ਤਾਂ ਨਾਤਾ ਮੰਨੋ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਫਿਰ ਸਿੱਖਾਂ ਤੋਂ ਮੜਵਾਉਂਦੇ ਨੇ, ਉਹਨਾਂ ਨੂੰ ਕੁੱਟਮਾਰ ਹੁੰਦੀ ਹੈ 5 ਸਿੱਖਾਂ ਤੇ। ਇਹ ਚੰਦੂ ਇੰਨਾ ਪਾਪਾਂ ਨਾਲ ਭਰਿਆ ਹੋਇਆ ਕਹਿਣ ਲੱਗਾ ਮਹਾਰਾਜ ਨੂੰ, ਕਹਿੰਦੇ ਆਖਰੀ ਵਾਰੀ ਇਹ ਸਮਝ ਲਓ, ਦੇਖ ਲਓ, ਇੱਕ ਪਾਸੇ ਨਾਤਾ ਜਾਂ ਇੱਕ ਪਾਸੇ ਰਿਸ਼ਤਾ ਪ੍ਰਵਾਨ ਕਰੋ ਜਾਂ ਪ੍ਰਾਣ ਤਿਆਗੋ। ਮਹਾਰਾਜ ਨੇ ਕਹਿਣਾ ਕੀਤਾ, ਕਹਿੰਦੇ ਸਾਨੂੰ 5 ਸਿੱਖਾਂ ਨੂੰ ਨਾਲ ਜਾਣ ਦਿਓ ਤੇ ਸਾਨੂੰ ਇਸ਼ਨਾਨ ਕਰਨ ਦਿਓ ਇੱਕ ਵਾਰੀ, ਬਾਅਦ 'ਚ ਦੇਖੀ ਜਾਓ। ਚੰਦੂ ਸੋਚਦਾ ਹੈ ਕਿ ਮਹਾਰਾਜ ਮੰਨ ਗਏ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 5 ਸਿੱਖਾਂ ਸਮੇਤ ਫਿਰ ਭਾਈ ਪੁਰਾਣਾ ਜੀ ਦੇ ਮੋਢੇ 'ਤੇ ਹੱਥ ਰੱਖ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੋਰੀ ਕੋਲੋਂ ਨਿਕਲੇ ਨੇ ਪਿੱਛੋਂ, ਅਤੇ ਜਿਹੜਾ ਜਿੱਧਰ ਨੂੰ ਮੂੰਹ ਸੀ ਕਿਨਾਰਾ ਰਾਵੀ ਦਾ, ਇਹਦਾ ਘਰ ਲਾਗੇ ਸੀਗਾ ਚੰਦੂ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਵੀ ਦੇ ਕਿਨਾਰੇ ਪਹੁੰਚੇ ਨੇ।
ਸਤਿਗੁਰੂ ਮਹਾਰਾਜ ਫਿਰ ਜਲ ਨੂੰ ਛੁਆਇਆ ਹੈ, ਰਾਵੀ ਨੂੰ ਪਵਿੱਤਰ ਕੀਤਾ ਹੈ, ਫਿਰ ਜਲ ਆਪਣੇ ਮੂੰਹ 'ਤੇ ਪਾਇਆ ਹੈ, ਠੰਡਾ ਠਾਰ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜੇ ਚਰਨ ਨੇ ਭਾਈ ਲੰਗਾਹਾ ਜੀ ਧੋਂਦੇ ਨੇ, ਬਹੁਤ ਪ੍ਰੇਮ ਸਹਿਤ ਨਾਲੇ ਅਥਰੂ ਵਗਾਉਂਦੇ ਨੇ ਕਿ ਇੰਨਾ ਤਸ਼ੱਦਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਕਰਨਾ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਸਰੋਵਰ ਵਿੱਚ, ਰਾਵੀ ਦੇ ਦਰਿਆ ਵਿੱਚ ਫਿਰ ਇਸ਼ਨਾਨ ਕਰਦੇ, ਚੁੱਭੀਆਂ ਲਾਉਂਦੇ ਨੇ। ਬਾਹਰ ਆਣ ਕੇ ਫਿਰ ਚਾਦਰਾ ਤਾਨਿਆ ਹੋਇਆ, ਜਿਹੜੇ ਲੋਕ ਨੇ ਸਾਰੇ ਲਾਹੌਰ ਦੇ ਮੱਥਾ ਟੇਕਦੇ ਨੇ ਬਾਰੋ ਬਾਰ। ਕਿਸੇ ਨੂੰ ਪਤਾ ਵੀ ਨਹੀਂ ਹੈ, ਕਈਆਂ ਨੂੰ ਪਤਾ ਵੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਈਆਂ ਨੂੰ ਪਤਾ ਨਹੀਂ ਲੱਗ ਰਿਹਾ, ਉਹ ਵੈਸੇ ਹੀ ਮੱਥਾ ਟੇਕੀ ਆਉਂਦੇ ਨੇ, ਕਿਉਂਕਿ ਮਹਾਰਾਜ ਦਾ ਪ੍ਰਤਾਪ ਇਹੋ ਜਿਹਾ ਹੈ, ਮੁਖੜੇ ਦਾ ਸ਼ਹੀਦੀ ਪੈਰਾ ਹੈ ਪੂਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਚਾਦਰਾ ਲੈ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਨੇ। ਜਿਹੜੇ ਪੰਜ ਸਿੱਖ ਨੇ ਇਹਨਾਂ ਨੇ ਵੀ ਇਸ਼ਨਾਨ ਕੀਤੇ, ਗੁਰਬਾਣੀ ਪੜ੍ਹਦੇ ਹੋਏ ਫਿਰ ਕੋਲ ਖੜ੍ਹ ਗਏ ਨੇ ਮਹਾਰਾਜ ਦੇ ਕੋਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਸਾਰਾ ਸੰਪੂਰਨ ਜਪਜੀ ਸਾਹਿਬ ਪਾਠ ਸੁਣਿਆ ਹੈ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿਣਾ ਕੀਤਾ ਪੰਜਾਂ ਸਿੱਖਾਂ ਨੂੰ ਕਿ ਪਿਆਰਿਓ, ਇਹ ਸਾਡਾ ਹੁਕਮ ਹੈ, ਗੁਰੂ ਹਰਗੋਬਿੰਦ ਜੀ ਨੂੰ ਕਹਿ ਦੇਣਾ ਕਿ ਇਹਦਾ ਪਾਪਾਂ ਦਾ ਫਲ ਇਹਨੂੰ ਜ਼ਰੂਰ ਦੇਣ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਕਹਿ ਦੇਣਾ ਕਿ ਬਾਬਾ ਬੁੱਢਾ ਜੀ ਆਦਿਕ ਜਿਹੜੇ ਪੁਰਾਤਨ ਗੁਰਸਿੱਖ ਨੇ, ਭਾਈ ਗੁਰਦਾਸ ਜੀ ਆਦਿਕ ਸਿਆਣੇ ਗੁਰਸਿੱਖ ਨੇ, ਸਾਰਿਆਂ ਦੀ ਸਲਾਹ ਮਸ਼ਵਰਾ ਨਾਲ ਚੱਲ ਕੇ ਤੇ ਬਹੁਤ ਪ੍ਰੇਮ ਸਹਿਤ ਗੁਰਗੱਦੀ 'ਤੇ ਬੈਠਣਾ ਹੈ। ਇਹ ਸਾਡਾ ਹੁਕਮ ਹੈ, ਪਰ ਇਹਨੂੰ ਡੰਡ ਜ਼ਰੂਰ ਦੇਣਾ ਹੈ ਚੰਦੂ ਨੂੰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਸਾਰਾ ਚਾਦਰਾ ਪੈ ਕੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਸੀਸ ਜਿਹੜਾ ਹੈ ਕਹਿ ਦਿੱਤਾ ਸੀ ਸਿੱਖਾਂ ਨੂੰ ਕਿ ਸਾਡਾ ਸੰਸਕਾਰ ਨਹੀਂ ਕਰਨਾ, ਤੇ ਇੱਕ ਰਾਵੀ ਵੀ ਸੰਸਕਾਰ ਨਹੀਂ ਕਰਨਾ, ਤੇ ਜਿਹੜਾ ਰਾਵੀ ਵਹਿੰਦਾ ਹੈ ਜਿੱਧਰ ਨੂੰ ਨੀਵਾਂ ਰਸਤਾ ਹੈ ਉੱਧਰ ਨੂੰ ਪੈਰ ਕਰ ਦੇਣਾ, ਜਿਹੜਾ ਉੱਪਰਲਾ ਪਾਸਾ ਹੈ ਆਪਣਾ ਸਿਰ ਕਰ ਦੇਣਾ। ਤੇ ਇਸ ਤਰ੍ਹਾਂ ਰਬਾਬੀ ਆਉਂਦਾ ਹੈ। ਸਤਿਗੁਰੂ ਮਹਾਰਾਜ ਨੇ ਕਹਿਣਾ ਕੀਤਾ ਕਿ ਕੀਰਤਨਕਾਰ ਇਹਨੇ ਕੀਰਤਨ ਛੇੜਿਆ, ਦੋ ਤਾਰਾ ਪਛਾਣ ਕੇ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਚਾਦਰਾ ਲੈ ਕੇ ਉੱਪਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਖੰਡ ਚਲੇ ਗਏ ਨੇ। ਜਿੰਨੇ ਵੀ ਦੇਵਤੇ, ਜਿੰਨੇ ਵੀ ਪੀਰ ਮਸਾਇਕ, ਜਿੰਨੇ ਵੀ ਸਾਰੇ ਰੂਹਾਂ ਨੇ, ਸਾਰੀਆਂ ਮੱਥਾ ਟੇਕਣ ਆਉਂਦੀਆਂ ਨੇ। ਬਬਾਣਾ ਵਿੱਚ ਸਾਰਾ ਪ੍ਰਕਾਸ਼ ਹੋ ਗਿਆ ਹੈ ਅਸਮਾਨ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਸ ਹੋ ਰਿਹਾ ਹੈ, ਜੈ ਜੈ ਹੋ ਰਹੀ, ਕਿ ਇੰਨੀ ਸ਼ਕਤੀ ਦੇ ਮਾਲਕ ਹੁੰਦੇ ਹੋਏ ਵੀ ਇੰਨਾ ਤਸ਼ੱਦਦ ਝੱਲਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋ ਰਹੀ ਆ। ਅਤੇ ਜਦ ਬਬਾਣਾ ਵਿੱਚ ਚੜ੍ਹ ਕੇ ਲਿਆਉਂਦੇ ਨੇ ਤੇ ਜਿੱਥੇ ਤੱਕ ਅਵਸਥਾ ਹੈ ਉੱਥੋਂ ਤੱਕ ਪਹੁੰਚਦੇ ਨੇ। ਜਿਵੇਂ ਪੀਰ ਜਾਂਦੇ ਨੇ ਜਿੱਥੇ ਤੱਕ ਉਹਨਾਂ ਦੀ ਅਵਸਥਾ ਹੈ ਉੱਥੋਂ ਤੱਕ, ਫਿਰ ਹੋਰ ਅੱਗੇ ਦੇਵਤੇ ਲੈ ਕੇ ਜਾਂਦੇ ਨੇ, ਬ੍ਰਹਮਾ ਲੈ ਕੇ ਜਾਂਦਾ ਹੈ ਜਿੱਥੇ ਉਹਦੀ ਤੱਕ ਅਵਸਥਾ ਹੈ। ਫਿਰ ਮਹਾਰਾਜ ਸਭ ਤੋਂ ਉੱਚੇ ਜਿਹੜਾ ਸੱਚਖੰਡ ਹੈ ਉੱਥੇ ਪਹੁੰਚਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਬਾਨ ਵਿੱਚ ਜਾ ਰਹੇ ਨੇ, ਉੱਧਰ ਵੀ ਜੈ ਜੈ ਹੋ ਰਹੀ, ਇੱਧਰ ਲਾਹੌਰ ਵੀ ਜੈ ਜੈ ਹੋ ਰਹੀ ਆ। ਸਾਰੀ ਸਿੱਖ ਸੰਗਤ ਗੁਰੂ ਸਾਹਿਬ ਦੇ ਸਰੀਰ ਲਾਗੇ ਆ ਗਈ ਆ, ਕੀਰਤਨ ਹੋਣ ਲੱਗ ਪਿਆ ਹੈ। ਫਿਰ ਚੰਦੂ ਸੋਚਦਾ ਹੈ ਉੱਧਰ ਕਿ ਮਹਾਰਾਜ ਕਿੱਧਰ ਗਏ, ਆਏ ਨਹੀਂ ਹੈ ਮੁੜ ਕੇ। ਇਹ ਜਾਂਦਾ ਹੈ ਆਪਣੇ ਬੰਦਿਆਂ ਨਾਲ, ਤੇ ਭਾਈ ਬਿਧੀ ਜਾਨ ਜੀ ਕੜਰਾ ਜਵਾਬ ਦਿੰਦੇ ਨੇ, ਕਹਿੰਦੇ ਤੈਨੂੰ ਦੇਖਣਾ ਐਸੀ ਚੰਗੀ ਤਰ੍ਹਾਂ, ਭੱਜ ਜਾ ਇੱਥੋਂ। ਉਹ ਭੱਜ ਜਾਂਦਾ ਹੈ, ਮੁੜ ਵਾਪਸ ਆਉਂਦਾ ਹੈ ਤੇ ਚੰਦੂ ਦੀ ਨਹੁੰ ਮਰ ਗਈ ਹੈ। ਉਹਨੇ ਦੇਖਿਆ ਪ੍ਰਕਾਸ਼ ਇੰਨਾ ਸੰਸਾਰ ਗਗਨ ਵਿੱਚ ਹੋ ਰਿਹਾ ਹੈ, ਚੰਦੂ ਦੀ ਨਹੁੰ ਨੇ, ਤੇ ਸਮਝ ਲਿਆ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਖੰਡ ਚਲੇ ਗਏ ਨੇ, ਤੇ ਇਹ ਵੀ ਆਪਣਾ ਸਰੀਰ ਤਾਗੀ ਹੀ ਹੈ ਧੰਨ ਧੰਨ ਕਰਦੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। So what happens is Chandu then says to Maharaj that he's allowed to go and do Ishnan after Maharaj requested to do Ishnan with the 5 Sikhs. Maharaj leaves. As they get out of the house of Chandu, people are bowing down to Maharaj because Maharaj's face is so radiant. When they go to the river Ravi with the Panch Sikh, Guru Arjan Dev Ji Maharaj's hand is on the shoulder of Bhai Pirana Ji, who's giving asra to Maharaj. Maharaj is walking very slowly. Maharaj is no pain, but the outward sarir is blistered and the feet are burnt. Maharaj's whole face is burnt and the body is burning. The Guru Arjan Dev Ji Maharaj then goes to the river Ravi and blesses the river Ravi. The water is blessed. When Guru Arjan Dev Ji Maharaj touches the water, puts the water on their face, Bhai Langahaji washes Maharaj's charan and is crying at the same time. And then Bhai Guru Arjan Dev Ji Maharaj walks into the Sarovar, into the water, into the Ravi water, and then bathes 2 or 3 times. He does jubbi in the water, and then he comes out. The Guru Arjan Dev Ji Maharaj then sits in Chankara, puts a chadar around him, and then does Sri Japji Sahib part with so much love and focus and attention. The 5 Sikhs have done their Ishnan. They sit in beside Guru Arjan Dev Ji Maharaj as well. They do Ishnan with Guru Arjan Dev Ji Maharaj, and they're come and sat and they're listening to Japji Sahib part from Guru Arjan Dev Ji Maharaj. Then after Maharaj has recited Japji Sahib and they all matha take, Jini naam te aya gaye masakat ka haal, Nanak te mukh ujale keti chutti naal. Nanak kehte, all the 5 Sikhs bow their heads before Guru Arjan Dev Ji Maharaj. Maharaj bows his down in Satkar of Guru Nanak Dev Ji Maharaj, their first primal roop.
And then Guru Arjan Dev Ji Maharaj says instructions to the 5 Sikhs that go back to Amritsar Sahib, tell Guru Hargobind Ji Maharaj that he will give the just punishments, the just rewards to Chandu's pap, and also to take the Gurgaddi and also rule with the advice of Baba Buddha Ji and give sukh to the Sikh Sangat and the elder Gur Sikhs as well. These 5 Sikhs say, Sir Mathe, this Rababi Kirtani happens to come along. Maharaj says, do Kirtan. Maharaj puts the chadra over him, lies down, and Maharaj leaves for Sachkhand. Just like that. Kirtan is going on. Bhai Bidhi Chand, Bhai Jetha Ji and all the Gur Sikhs are crying there in so much berag. And then what happens is, as the Devate and all the Sai Miyam and all the powerful spiritual souls of the world, they are gathered in the skies and they're throwing flowers over Guru Arjan Dev Ji Maharaj. They're saying, great is Maharaj, look at the Qurbani Maharaj has done. And wherever their spiritual elevation takes them, they accompany Maharaj out of Satkar. So they walk behind Maharaj with Satkar or touch there where they're allowed to go, where their spirituality allows them to go. And then Brahma takes him to his heavens and he can't go any forward. And when Sachkhand is above everything, Guru Arjan Dev Ji Maharaj go back there and merge into Parameshwar Vaheguru, their primal form. On the world and in the heavens, Jai Jaikar is happening with Guru Arjan Dev Ji Maharaj. फिर अगे इतिहास हुंदा है चंदू फिर जिहड़ा है 52 राजे जिहड़े सी गुरु अर्जन देव जी महाराज नूं जिहड़े सपुत्र सी गुरु हरगोबिंद जी महाराज 8 years later Guru Hargobind Ji Maharaj has gone to Gwalior. 52 kings are in the fort with Guru Hargobind Ji Maharaj. He's freed them. He brings the 52 kings back to Delhi to meet Jahangir. Jahangir is blaming Chandu. Chandu blames Jahangir that he is the one responsible for the pap. Maharaj asks for the mala of Guru Arjan Dev Ji to be bought from Chandu's home. When Chandu goes to his house, Maharaj's mala is nowhere to be seen. It's destroyed because it's been deteriorating over those years. And Sharda wale people are going to get Guru Arjan Dev Ji Maharaj's stuff to look after and do seva, not people who've done papa Maharaj. He comes back with his head down after he sent his sevaks in the Lahore to give, to get a replacement of the mala. Maharaj has already told Jahangir there's not going to be no mala coming because he's the papi, he's done the pap. That mala has been some years since the mala of Maharaj, Guru Arjan Dev Ji Maharaj is in his home. In the end, Jahangir hands over Chandu Papi. Guru Sahib does ishara to the Panch Sikh. Tell Jahangir that you're going to get your just rewards in Dargah. Don't you worry about it. But Chandu nu far diya fi Guru Arjan Dev Ji Maharaj, Guru Hargobind Ji Maharaj, 18 saal di umar hai, Satguru Maharaj di. ਉਹੀ ਪੰਜ ਸਿੱਖ ਜਿਹੜੇ ਮਹਾਰਾਜ ਨਾਲ ਗਏ ਸੀ ਉਹੀ ਪੰਜ ਸਿੱਖ ਹੁਣ ਮਹਾਰਾਜ ਦੇ ਕੋਲ ਖੜੇ ਨੇ ਭਾਈ ਬਿਧੀ ਚੰਦ ਜੀ ਨੇ ਫੜ ਲਿਆ ਫਿਰ ਇੱਕ ਤਰ੍ਹਾਂ ਭਾਈ ਜੇਠੇ ਨੇ ਫੜ ਲਿਆ ਚੰਦੂ ਨੂੰ ਬਾਹਰ ਲੈ ਕੇ ਜਾਂਦੇ ਨੇ ਤੇ ਉਸ ਕਿਲੇ ਦੇ ਬਾਹਰ ਜਦ ਹੁੰਦੇ ਨੇ ਇਹਦੀ ਪਹਿਲਾਂ ਪੱਗ ਲਾਉਂਦੇ ਆ ਪੱਗ ਲਾ ਕੇ ਇਹਦੇ ਹੱਥਾਂ ਨੂੰ ਮੁਸ਼ਕਾ ਬੰਨ੍ਹਦੇ ਨੇ ਪਿੱਛੇ ਦੇ ਪਿੱਠ ਦੇ ਫਿਰ ਦਿਓ ਤਰੀ ਦੀ ਤੇਰੀ ਇਹਦੇ ਛਿੱਤਰ ਮਾਰਦੇ ਨੇ ਇਹ ਪੰਜੋ ਸਿੱਖ ਭਾਈ ਜੇਠਾ ਜੀ ਫਿਰ ਇਹਦੇ ਸਿਰ ਵਿੱਚ ਛਿੱਤਰ ਮਾਰੇ ਨੇ ਆਪਣਾ ਜੋੜਾ ਲਾਇਆ ਹੈ ਭਾਈ ਬਿਧੀ ਚੰਦ ਨੇ ਮਾਰਿਆ ਕੀਤਾ ਹੈ ਭਾਈ ਪ੍ਰਾਣਾ ਜੀ ਆਦਿਕ ਜੀ ਨੇ So the 5 Sikhs are slapping Chandu in the head with this jutta. Dhan Guru Hargobind Ji Maharaj bahar aa gaye ne ਘੋੜੇ ਤੇ ਸਵਾਰ ਹੋ ਕੇ ਤੇ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਬਹੁਤ ਵੀਰ ਰਸ ਵਿੱਚ ਆਣ ਕੇ ਕਹਿਣ ਲੱਗੇ ਕਹਿੰਦੇ ਕਿ ਜਿੰਨੀ ਵੀ ਸਿੱਖ ਸੰਗਤ ਹੈ ਦਿੱਲੀ ਦੀ ਇਹਨਾਂ ਨੂੰ ਕਹਿ ਦਿਓ ਕਿ 5 ਹੁਕਮ ਹੈ 5 ਛਿੱਤਰ ਮਾਰਨਾ ਕਰਨ ਇਸ ਪਾਪੀ ਦੇ ਸਿਰ ਵਿੱਚ ਤੇ ਇਹਨੂੰ ਮਾਰਨ ਨਹੀਂ ਦੇਣਾ ਇਹਨੂੰ ਤੇ ਸਾਡੇ ਕੋਲ ਲਿਆਣਾ ਕਰੀਏ ਮਹਾਰਾਜ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਫਿਰ ਮਜਨੂ ਟਿੱਲੇ ਕੋਲ ਗਏ Tan Guru Hargobind Ji Maharaj has gone to Majnu Tilla Gurdwara Sahib, 8 kilometers out of Delhi. Bhai Jetha Ji, Bhai Adik, Bhai Bidhi Chand Ji are battering Bhai Chandu, and they are taking him basically all the way through the streets of Delhi. ਜਿੱਥੇ ਜਿੱਥੇ ਸਿੱਖ ਸੰਗਤ ਮਿਲਦੀ ਹੈ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਨੇ ਇਹ ਚੰਦੂ ਤੇ ਜੁੱਤੀਆਂ ਪੈਂਦੀਆਂ ਨੇ ਕੁਝ ਗੁਰਸਿੱਖ ਨੇ ਕਿਉਂਕਿ ਪਛਾਣਦੇ ਆ ਕਿ ਦੀਵਾਨ ਹੈ ਚੰਦੂ ਕਿ ਇੱਕਦਮੇ ਇੰਨੇ ਰਾਜ ਕਰਨ ਵਾਲਾ ਹੁਕਮ ਚਲਾਉਣ ਵਾਲਾ ਇਹਦੇ ਤੇ ਕੋਈ ਚੁਗਲੀ ਵੀ ਨਹੀਂ ਕਰ ਸਕਦਾ ਇਹਦੇ ਜੁੱਤੀਆਂ ਪੈ ਰਹੀ ਨੇ ਇੰਨੇ ਸਮੇਂ ਪਰ ਇੰਨੀ ਡਰਦੇ ਵੀ ਕਈ ਸਿੱਖ ਸੰਗਤ ਜੁੱਤੀਆਂ ਲੁਕਾ ਕੇ ਲਿਆਉਂਦੇ ਨੇ ਜਦ ਕੋਲ ਹੁੰਦੇ ਨੇ ਤਾਂ ਦੇ ਤੇਰੀ ਨਾ ਛੱਡਦੇ ਨੇ ਇਹਦੇ ਸਿਰ ਵਿੱਚ ਫਿਰ ਭਾਈ ਜੇਠਾ ਜੀ ਵੀ ਕਹਿਣਾ ਕਰਦਾ ਕਿ ਤੁਸੀਂ ਡਰਦੇ ਕਿਉਂ ਹੋ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਬਚਨ ਹੈ ਕਿ ਇਹਦੇ ਚੰਗੀ ਤਰ੍ਹਾਂ ਮਾਰਨਾ ਕਰੋ ਐ ਬਲ ਛੱਡ ਕੇ ਮਾਰਨਾ ਕਰੋ ਡਰਦੇ ਕਿਉਂ ਆ ਫਿਰ ਇਹ ਜੇ ਤਰੀਦਾਰ ਫਿਰ ਬੱਚੇ ਵੀ ਨਾਲ ਨੱਠਦੇ ਨੇ ਸਵਾਹਾਂ ਪੈਂਦੀ ਨੇ ਇਹਦੇ ਮੂੰਹ ਚਿੱਟਾ ਹੋ ਗਿਆ ਇਹਦੇ ਕੇਸ ਸਾਰੇ ਲਿਬੜ ਗਏ ਨੇ ਚੰਗੀ ਤਰ੍ਹਾਂ ਇਹਦੀ ਚੰਗੀਆਂ ਪਈਆਂ ਨੇ ਫਿਰ ਹਰ ਦਿੱਲੀ ਵਿੱਚ 3000 ਸਿੱਖ ਸੀ ਉਸ ਵੇਲੇ 3000 ਸਿੱਖਾਂ ਦੀਆਂ 5 ਲਾ ਲਓ ਅੰਦਾਜ਼ਾ ਕਿੰਨੀ ਇਹਦੇ ਜੁੱਤੀਆਂ ਵੱਜੀਆਂ
3,000 Sikhs were in Delhi at that time, and they slapped him over the head with the jutti, and they took him to Majnu Tilla. ਸਾਰਾ ਘੁਮਾ ਕੇ ਉੱਥੇ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਉਸਤਤੀ ਹੋ ਰਿਹਾ। ਦੇਖੋ ਰਾਜਿਆਂ ਨੂੰ ਨਾਲ ਲਿਆਂਦਾ ਹੋਏ 52 ਰਾਜੇ ਨਾਲ ਨੇ। ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਫਿਰ ਮਜਨੂ ਟਿੱਲੇ ਤੇ ਸੱਜੇ ਨੇ, ਦੀਵਾਨ ਲੱਗਿਆ ਹੋਇਆ, ਉੱਧਰ ਮੈਸੇਜ ਭੇਜਦੇ ਨੇ, ਉੱਧਰ ਅਹਿਲਕਾਰਾਂ ਨੂੰ ਸਿੱਖਾਂ ਨੂੰ ਭੇਜਦੇ ਨੇ ਕਿ ਬਾਬਾ ਬੁੱਢਾ ਜੀ ਜਿਹੜੀ ਫੌਜ ਸਮੇਤ ਨਾਰੇ ਸਾਰੇ ਮੋਤੀ ਬਾਗ ਗੁਰਦੁਆਰੇ ਵੇਖੇ ਨੇ, ਉਹਨਾਂ ਨੂੰ ਬੁਲਾਉਣਾ ਕਰੋ। ਸਾਰੇ ਹੁਣ ਵੀਰ ਰਸੀ ਜਿੰਨੇ ਵੀ ਸੂਰਮੇ ਸੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਫੌਜਾਂ ਦੇ, ਉਹ ਨਾਲ ਸਾਰੇ ਖੁਸ਼ ਹੋ ਗਏ, ਕਾਠੀਆਂ ਤਿਆਰ ਕੀਤੀਆਂ, ਬਹਿ ਗਏ ਨੇ, ਆ ਗਏ ਨੇ ਕੋਲ ਮਜਨੂ ਟਿੱਲੇ ਗੁਰਦੁਆਰੇ ਸਾਹਿਬ। ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਕੋਲ ਪਹੁੰਚੇ ਨੇ, ਮੱਥਾ ਟੇਕਿਆ ਹੈ, ਬਹੁਤ ਆਨੰਦ ਵਿੱਚ ਸਤਿਗੁਰੂ ਮਹਾਰਾਜ ਦਰਸ਼ਨ ਪਾਏ, ਕਿਉਂਕਿ ਕਿੰਨਾ ਸਮਾਂ ਹੋ ਗਿਆ ਹੈ ਮਹਾਰਾਜ ਦਰਸ਼ਨ ਨਹੀਂ ਕੀਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ। ਜਿੰਨੀ ਵੀ ਦਿੱਲੀ ਦੀ ਸੰਗਤ ਆਉਂਦੀ ਹੈ, ਜਦ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਦਰਸ਼ਨ ਕਰਦੇ ਆ ਤੇ ਉਹਨਾਂ ਨੂੰ ਸੋਚਣ ਦੀ ਲੋੜ ਹੀ ਨਹੀਂ ਹੈਗਾ, ਐਵੇਂ ਇਹ ਵੀਰ ਰਾਸੀ ਮਨ ਵਿੱਚ ਆ ਜਾਂਦਾ ਕਿ ਗੁਰੂ ਮਹਾਰਾਜ ਦੇ ਦਰਸ਼ਨ ਇਹੋ ਜਿਹੇ ਨੇ ਪ੍ਰਭਾਵ ਕਰਨ ਵਾਲੇ। When they see darshan of Guru Hargobind Ji Maharaj, people just feel like having warrior spirit in them because Maharaj is so brave. ਫਿਰ ਸਤਿਗੁਰੂ ਮਹਾਰਾਜ ਤਖਤ ਤੇ ਸਜੇ ਨੇ, ਬਾਬਾ ਬੁੱਢਾ ਜੀ ਆ ਸਾਰੀ ਸਿੱਖ ਸੰਗਤ ਆਣ ਕੇ ਨਮਸਕਾਰਾਂ ਕਰਦੀਆਂ ਨੇ। ਤੇ ਫਿਰ ਇਹ ਜਿਹੜੇ ਭਾਈ ਜੇਠਾ ਜੀ ਜਿਹਨੇ ਹੱਥੋਂ ਫੜਿਆ ਹੋਇਆ ਹੈ, ਇਹਨੇ ਸੇਵਾ ਬਹੁਤ ਨਿਭਾਈ, ਕਿਉਂਕਿ ਜਿਨ੍ਹਾਂ ਗੁਰਸਿੱਖਾਂ ਨੂੰ ਬੰਨਿਆ ਹੋਇਆ ਸੀ ਚੰਦੂ ਨੇ, ਉਹੀ ਗੁਰਸਿੱਖਾਂ ਨੇ ਇਹਦੇ ਹੱਥ ਬੰਨੇ ਨੇ ਆਣ ਕੇ। ਹੁਣ ਜਿਨ੍ਹਾਂ ਦੇ ਸਿਰ ਲਾਠੀਆਂ ਲੱਤਾਂ ਆਦਿਕ ਪੈਂਦੀਆਂ ਸੀ ਸਿਪਾਹੀਆਂ ਕੋਲੋਂ, ਉਹੀ ਹੁਣ ਇਹਦੇ ਮਾਰਦੇ ਨੇ। ਇਹਦਾ ਪਾਪਾਂ ਦਾ ਫਲ ਹੁਣ ਉਗੜਿਆ ਹੈ। ਸੋ ਇਸ ਕਰਕੇ ਇਹਦੇ ਹੱਥ ਪਿੱਛੇ ਬੰਨੇ ਹੋਣੇ। ਭਾਈ ਜੇਠਾ ਜੀ ਆ ਗਿਆ ਹੈ ਲੈ ਕੇ ਸੰਗਤ ਵਿੱਚ। ਸਤਿਗੁਰੂ ਮਹਾਰਾਜ ਦੇਖਦੇ ਨੇ ਚੰਦੂ ਵੱਲ ਦੇਖ ਕੇ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿਣ ਲੱਗੇ, ਜਿੱਥੇ ਘੋੜੇ ਦੇ ਤਪੇਲੇ ਨਹੀਂ ਪਿੱਛੇ, ਜਿੱਥੇ ਕੁੱਤਿਆਂ ਨੂੰ ਬੰਨ੍ਹੀਦਾ ਹੁੰਦਾ ਹੈ, ਜਿੱਥੇ ਚੰਡਾਲ ਆਪਣੇ ਕੁੱਤੇ ਬੰਨ੍ਹਦੇ ਨੇ, ਉੱਥੇ ਇੱਕ ਵੱਡੀ ਜਿਹੀ ਲੱਕੜੀ ਗੱਡ ਕੇ ਇਹਦੇ ਗਲ ਵਿੱਚ ਸੰਗਲ ਪਾਓ ਤੇ ਇਹਨੂੰ ਉੱਥੇ ਬੰਨੋ ਨਾਲ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਪਾਪਾਂ ਦਾ ਫਲ ਦੇ ਰਹੇ ਨੇ। ਕੋਈ ਦਇਆ ਵਾਲੀ ਗੱਲ ਨਹੀਂ, ਕੋਈ ਇਹ ਪਾਪਾਂ ਦਾ ਫਲ ਮਿਲ ਰਿਹਾ ਇਹਨੂੰ, ਜੋ ਇਹਨੇ ਕੀਤਾ ਗੁਰੂ ਸਾਹਿਬ ਨਾਲ ਉਹ ਮਿਲ ਰਿਹਾ ਹੈ। So all the Sangat is accumulated. Guru Hargobind Ji Maharaj, everyone is praising Guru Hargobind Ji Maharaj. And when Chandu is going to the Diwan, all the warriors, Sikh warriors, Baba Buddha Ji have arrived. And when Chandu arrives in the court as well, everyone's doing darshan of Guru Hargobind Ji Maharaj, matha taking, and they see Chandu from far. Guru Hargobind Ji Maharaj, Maharaj gives an order to the Sikhs to say that get a massive stick and dig it in the ground right at the back of the horses' stables where all the dogs eat. And put a chain around his neck. They put a chain around his neck. They tied Chandu up at the stake. ਫਿਰ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਕਿ ਜਿੰਨੇ ਵੀ ਸਿੱਖ ਸੰਗਤ ਆ ਜਿਹੜੇ ਮਾਝੇ ਤੋਂ ਆਏ ਨੇ ਸਾਡੇ ਹੁਕਮ ਮੰਨ ਕੇ, ਜਿਹੜੇ ਵੀਰ ਰਸੀ ਸੂਰਮੇ ਨੇ ਸਾਡੇ, ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਸ਼ਹੀਦੀਆਂ ਫੌਜਾਂ ਵਾਲੇ, ਇਹਨਾਂ ਨੂੰ ਹੁਕਮ ਕੀਤਾ ਹੁਣ ਤੁਸੀਂ ਦੇਹ ਤਰੀ ਇਹਨਾਂ ਦੇ 5 ਲਾਉਣੀਆਂ ਨੇ, ਇਹਦੀ ਵੀ ਸਿਰ 'ਚ ਮਾਣ ਨਾ ਕਰੋ। ਹੁਣ ਪਹਿਲਾਂ ਜਿਹੜੀ ਸਿੱਖ ਸੰਗਤ ਸੀ ਉਹ ਤਾਂ ਕਿਰਤ ਵਿਰਤ ਸਾਡੇ ਵਰਗੇ ਸੀਗੇ, ਪਰ ਜਿਹੜੇ ਸੂਰਮੇ ਨਾਲ ਐਨ ਡੰਡ ਕਰਦੇ ਨੇ, ਚੰਗੀ ਤਰ੍ਹਾਂ ਐਨ ਤਿਆਰ ਬਰ ਤਿਆਰ ਰਹਿੰਦੇ ਨੇ, ਡੌਲਿਆਂ ਵਾਲੇ ਨੇ, ਇਹਨਾਂ ਤੋਂ ਜਦ ਪੈਣੀ ਹੈ ਤੇ ਇਹ ਤਾਂ ਚੰਗੀ ਤਰ੍ਹਾਂ ਬੁਰਾ ਹਾਲ ਹੋਣਾ ਹੀ ਹੈ। ਫਿਰ ਇਹਨਾਂ ਸਿੱਖਾਂ ਨੇ ਚੰਗੀ ਛੱਡੀਆਂ, ਬਸ 2-3 ਪਈਆਂ, ਬਸ ਬੇਹੋਸ਼ ਹੋ ਗਿਆ ਚੰਗੀ ਤਰ੍ਹਾਂ। ਸਿੱਖ ਕਹਿਣ ਲੱਗੇ ਉਹ ਮਾਰੀ ਜਾਂਦੇ ਨੇ, ਲੱਤਾਂ ਮਾਰਦਾ, ਕੋਈ ਬੱਖੀ 'ਚ ਮੁੱਕੇ ਮਾਰਦਾ ਹੈ, ਕੋਈ ਸਿਰਾਂ 'ਚ ਮਾਰਦਾ ਹੈ ਇਹਦੇ ਚੰਦੂ ਦੇ, ਕਿਉਂਕਿ ਇਹਨੇ ਪਾਪ ਕੀਤੇ ਨੇ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਫਿਰ ਕਹਿਣ ਲੱਗੇ, ਜਦ ਸੁਣਨਾ ਕੀਤਾ ਸਿੱਖਾਂ ਕੋਲੋਂ ਕਿ ਬੇਹੋਸ਼ ਹੋ ਗਿਆ, ਮਰ ਗਿਆ ਲੱਗਦਾ ਹੈ, ਮਹਾਰਾਜ ਕਹਿੰਦੇ ਮਰਿਆ ਨਹੀਂ ਹੈਗਾ, ਇਹਨੂੰ ਜਿੰਦਾ ਰੱਖਣਾ ਅਜੇ, ਇਹਨੂੰ ਹਜੇ ਅੰਮ੍ਰਿਤਸਰ ਲੈ ਕੇ ਜਾਣਾ, ਉੱਥੇ ਘੁਮਾਉਣਾ ਹੈ, ਅੰਮ੍ਰਿਤਸਰ ਤੋਂ ਫਿਰ ਲਾਹੌਰ ਲੈ ਕੇ ਜਾਣਾ, ਉੱਥੇ ਘੁਮਾਉਣਾ ਹੈ। ਫਿਰ ਅੰਤ ਵਿੱਚ ਜਿਹੜਾ ਕਰਛੇ ਨਾਲ ਇਹਨੇ, ਜਿਸ ਕਰਛੇ ਤੋਂ ਪਠਿਆਰੇ ਤੋਂ ਕਰਛਾ ਲੈ ਕੇ ਉਹ ਤੱਤਾ ਰੇਤਾ ਪਾਇਆ ਸੀ, ਉਸ ਪਠਿਆਰੇ ਨੇ ਉਹਦੇ ਮਨ ਵਿੱਚ ਹੰਕਾਰ ਆਉਣਾ ਹੈ, ਕ੍ਰੋਧ ਆਉਣਾ ਹੈ, ਤੇ ਜਦ ਚੰਦੂ ਨੂੰ ਦੇਖਣਾ ਹੈ ਆਉਂਦਾ ਹੋਇਆ, ਤੇ ਉਹ ਕਰਛੇ ਨੇ ਢਿੱਡ 'ਚ ਮਾਰ ਕੇ ਇਹਦੀ ਅੰਦਰਲਾਂ ਕੱਢ ਕੇ ਇਹਨੂੰ ਮਾਰਨਾ ਹੈ। ਇਸ ਤਰ੍ਹਾਂ ਇਹਦੀ ਅੰਤ ਦਾ ਸਮਾਂ ਹੋਇਆ ਸੀ। ਜਦ ਲਾਹੌਰ ਲੈ ਕੇ ਗਏ ਸੀ ਚੰਦੂ ਨੂੰ, what happened was the Patiara, the same karcha that was being held, that had been used to torture Guru Arjan Dev Ji Maharaj, when he saw Chandu coming, he got so much biras in him, the person who owned the Brickham, because he was thinking, why did you use my sandful from my place to torture me? He didn't know what was going on. And he got that karcha, and he looked at Chandu, who was pulling out the worms from his wounds, because he was so battered and he had so much worm, he had kiri in his body at the end. Chandu is coming or doling, falling out of consciousness. And Guru Hargobind Ji Maharaj, from the bakshish of Guru Hargobind Ji, if you want to put it that way, that Patiara, the person who used to make bricks, he got that sand ladle and smacked it into the stomach of Chandu, and his internal organs fell out and he died, collapsed on the floor. And then they chucked his body and threw it in the river. That's what happened to Chandu in the end.
ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਇਹੋ ਜਿਹਾ ਜੋ ਬਚਨ ਕੀਤਾ ਸੀ, ਕਿਉਂਕਿ ਜਦ 5 ਸਿੱਖ ਆਏ ਸੀਗੇ ਮੁੜ ਵਾਪਸ, ਤੇ ਸਤਿਗੁਰੂ ਮਹਾਰਾਜ ਨੇ ਦੱਸਣਾ ਕੀਤਾ ਸੀ ਤਸ਼ੱਦਦ ਬਾਰੇ ਕਿ ਇਸ ਤਰ੍ਹਾਂ ਸ਼ਹੀਦ ਕਰ ਦਿੱਤਾ ਹੈ। 11 ਸਾਲ ਦੀ ਉਮਰ ਵਿੱਚ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਪ੍ਰਣ ਕੀਤਾ ਸੀ ਕਿ ਜਦ ਤੱਕ ਅਸੀਂ ਇਹਨੂੰ ਪਾਪਾਂ ਦਾ ਫਲ ਨਹੀਂ ਦੇਵਾਂਗੇ, ਉਦੋਂ ਤੱਕ ਸਾਡਾ ਜਿਹੜੇ ਸਿਰ ਤੇ ਇਹ ਕਰਜ਼ਾ ਹੈ ਗੁਰੂ ਸਾਹਿਬ ਦੇ ਸ਼ਹੀਦਾਂ ਇਹ ਲੈਣਾ ਨਹੀਂ ਹੈ। ਉਹ ਬਚਨ ਪੂਰਨ ਕੀਤੇ। ਤੋ ਇਸ ਤਰ੍ਹਾਂ ਸਾਰਾ ਇਤਿਹਾਸ ਇਸ ਜਗ੍ਹਾ ਤੇ ਪਹੁੰਚਿਆ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਹੁਣ ਇਹਨੂੰ ਬੰਨਿਆ ਹੋਇਆ ਚੰਦੂ ਨੂੰ, ਤੇ ਸਤਿਗੁਰੂ ਮਹਾਰਾਜ ਹੁਣ ਅੰਮ੍ਰਿਤਸਰ ਵਾਸਤੇ ਤਿਆਰੀ ਕਰਨ ਲੱਗੇ ਨੇ। ਰਾਗੀ ਸਿੰਘ ਵੀ ਆ ਗਏ ਨੇ, ਭਾਈ ਸੁਖਜਿੰਦਰ ਸਿੰਘ ਜੀ ਹੁਣੀ, ਤੇ ਇਤਿਹਾਸ ਅਜੇ ਥੋੜ੍ਹਾ ਬਹੁਤਾ ਰਹਿੰਦਾ ਹੈ। ਤੇ ਇਸ ਤਰ੍ਹਾਂ ਮੈਂ ਬੇਨਤੀ ਇਹਨਾਂ ਕੋਲੋਂ ਮਾਫੀ ਮੰਗਣੀ ਹੈ, ਕਿਉਂਕਿ ਥੋੜ੍ਹੀ ਜਿਹੀ ਸਮਾਪਤੀ ਕਰਕੇ ਇਤਿਹਾਸ ਦੀ ਫਿਰ ਇਹ ਉਹੀ ਵੱਧ ਸਮਾਂ ਲੈ ਲੈਣ, ਕਿਉਂਕਿ ਇਹਨਾਂ ਬਾਅਦ ਕੋਈ ਹੋਰ ਪ੍ਰੋਗਰਾਮ ਨਹੀਂ ਹੈ। ਇਸ ਕਰਕੇ ਸਾਰਿਆਂ ਨੇ ਰਸ ਭਿੰਨਾ ਕੀਰਤਨ ਸ਼ਰਵਣ ਕਰਨਾ ਹੈ। ਤੇ ਜੇ ਆਗਿਆ ਹੋਵੇ ਇਹਨਾਂ ਸਿੰਘਾਂ ਦੀ, ਤੇ ਇਹ ਆਖਰੀ ਜਿਹੜਾ ਪ੍ਰਸੰਗ ਆ ਵੀ ਸ਼ਰਵਣ ਕਰੋ। ਕਿਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ, ਕਿਵੇਂ ਪਰਿਵਾਰ ਮਾਤਾ ਗੰਗਾ ਜੀ ਦਾ। ਦੇਖੋ ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਕਿ ਜਿਹੜੀ ਸ਼ਹੀਦ ਦੀ ਪਤਨੀ ਹੁੰਦੀ ਹੈ ਨਾ, ਉਹਦਾ ਬਚਨ ਵੀ ਸੱਚ ਹੋ ਜਾਂਦਾ ਕਹਿਆ ਹੋਇਆ। ਸ਼ਹੀਦ ਦੀ ਜਿਹੜੇ ਸਿੰਘਣੀ ਹੁੰਦੀ ਹੈ, ਸਿੱਖਣੀ ਹੁੰਦੀ ਹੈ, ਉਹਦਾ ਬਚਨ ਹੀ ਸੱਚ ਹੁੰਦਾ ਹੈ ਜੋ ਵੀ ਕਰਦੀ ਹੈ। ਧੰਨ ਮਾਤਾ ਗੰਗਾ ਜੀ, ਜਿਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਆਉਂਦੇ ਨੇ ਮੁੜ ਵਾਪਸ, ਉਹ ਸਾਰਾ ਇਤਿਹਾਸ ਆਪ ਜੀ ਸ਼ਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ ਸੁਣ ਜੇਠੇ ਮੁਸ਼ਕਾ ਖੁਲਵਾਈ। ਇਸ ਤਰ੍ਹਾਂ ਮੁਸ਼ਕਾਂ ਇਹਦੀਆਂ ਖੋਲ ਦਿੱਤੀਆਂ ਹੈ ਭਾਈ ਜੇਠੇ ਜੀ ਨੇ ਚੰਦੂ ਦੀਆਂ। ਰਾਖੇ ਟਿਕ ਬਿਠਾਇਤ ਕਰਾਈ। ਤੇ ਜਿੱਥੇ ਬੈਠਣਾ ਕੀਤਾ, ਬਿਠਾਲਣਾ ਕਹਿਣਾ ਕੀਤਾ ਸੀ, ਮਹਾਰਾਜ ਨੇ ਪਿੱਛੇ ਤਬੇਲਿਆਂ ਦੇ ਉੱਥੇ ਬਿਠਾ ਦਿੱਤਾ ਹੈ। ਕੁੱਤਿਆਂ ਕੋਲ ਕੌਲੀਆਂ ਜਿਹੀਆਂ ਰੱਖ ਦਿੱਤੀਆਂ ਖਾਣਾ ਭਰ ਕੇ। ਸ਼ਾਸਤਰ ਇੱਕ ਠੰਡ ਹੋ ਰਹਾ। ਤੇ ਇਸ ਤਰ੍ਹਾਂ ਇੱਕ ਸੂਰਮੇ ਨੂੰ ਕਹਿ ਦਿੱਤਾ ਸਿੱਖ ਨੂੰ ਕਿ ਕੋਲ ਰਹੋ, ਇਹਦੇ ਕੋਲ ਸ਼ਾਸਤਰ ਫੜ ਕੇ। ਅਗਰ ਬਿਲੋਚਨ ਕੇ ਸਲਾਹ। ਤੇ ਇਸ ਤਰ੍ਹਾਂ ਇੱਥੇ ਹੋਰ ਕੋਈ ਅੱਗੇ ਨਾ ਜਾਣ, ਇੱਥੇ ਇਹਦੇ ਕੋਲ ਹੀ ਰਹਿਣਾ, ਇਹਦੇ ਅੱਖਾਂ ਰੱਖਣੀਆਂ ਇਹਦੇ ਹਮੇਸ਼ਾ। So Bhai Jethaji opens up the cuffs of his dastar, Chandu's dastar, and they tied Chandu up to the stake at the back of the stables. They put little kollian of food in front of Chandu. He's eating the food like a rabid dog in front of all the dogs that are sitting there as well. So ਇਸ ਤਰ੍ਹਾਂ Bhai Jethaji has said, keep a man, a soldier here, and make sure that no one, he can't go anywhere. ਇਸ ਤਰ੍ਹਾਂ ਸਲੀਆਂ ਬਚਨ ਕਰਕੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਸਿੱਖਾਂ ਨੇ ਇਸ ਤਰ੍ਹਾਂ ਰਾਤ ਗੁਜ਼ਾਰੀ ਹੈ ਖੁਸ਼ੀ ਵਾਲੀ। ਸਾਰਿਆਂ ਨੇ ਗੁਰੂ ਸਾਹਿਬ ਸਹਿਤ ਲੰਗਰ ਪ੍ਰਸ਼ਾਦਾ ਛਕਿਆ ਹੈ। ਤੇ ਇਸ ਤਰ੍ਹਾਂ ਸਾਰੇ ਆਪਣੇ ਦਿੱਲੀ ਵਿਖੇ ਆਪਣੇ ਘਰ ਪਰਤ ਕੇ ਨੇ ਸਾਰੀ ਸੰਗਤ। ਸਵਾਹਾ ਪੰਜ ਮਹਾਰਾਜ ਮਜਨੂ ਕਾ ਟੇਲਾ ਗੁਰਦੁਆਰਾ ਸਾਹਿਬ ਇਨ ਦਿੱਲੀ, ਤੇ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਸਨ, ਜਿੱਥੇ ਇੱਕ ਸਾਧੂ ਤਪਿਆ ਸੀਗਾ, ਸਾਰਾ ਸਰੀਰ ਸੁੱਕਿਆ ਹੋਇਆ ਸੀ ਉਹਦਾ। ਧੰਨ ਮਹਾਰਾਜ ਨੇ ਉਹਨੂੰ ਗਿਆਨ ਬਖਸ਼ਿਆ ਸੀ। ਇੱਥੇ ਗੁਰੂ ਹਰਗੋਬਿੰਦ ਜੀ ਮਹਾਰਾਜ ਆਏ ਨੇ, ਤੇ ਇੱਥੇ ਗੁਰੂ ਹਰਗੋਬਿੰਦ ਜੀ ਮਹਾਰਾਜ has given orders, and Maharaj and all the Sikh Sangat have eaten together after so long. They've had a chance to meet and eat prashada pani with langar in the Pangat Guru Sahib, and all the people of Delhi have gone back to their homes. ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਰਾਮ ਕੀਤਾ ਹੈ। ਫਿਰ ਅੰਮ੍ਰਿਤ ਵੇਲੇ 3 ਘੰਟੇ ਰਹਿੰਦਿਆਂ ਨੂੰ ਰਾਤ ਦੀ ਇਸ ਤਰ੍ਹਾਂ ਮਹਾਰਾਜ ਸਾਹਿਬ ਜਾਗੇ ਨੇ। ਪਹਿਲਾਂ ਆਪਣਾ ਇਸ਼ਨਾਨ ਕੀਤਾ ਹੈ, ਕੁਰਲੀ ਆਦਿ ਕੀਤੀ ਹੈ, ਫਿਰ ਸਰੀਰ ਦਾ ਇਸ਼ਨਾਨ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਫਿਰ ਅਡੋਲ ਅਵਸਥਾ ਵਿੱਚ ਸਮਾਧੀ ਵਿੱਚ ਟਿਕ ਗਏ ਨੇ। ਸਵਾਹਾ ਪੰਜ ਗੁਰੂ ਹਰਗੋਬਿੰਦ ਜੀ ਮਹਾਰਾਜ has rested that night. Got up very early in the morning, 3 hours before sunrise. ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ done ਇਸ਼ਨਾਨ, washed their face and ਪੰਜ ਇਸ਼ਨਾਨਾਂ, and then gone to ਇਸ਼ਨਾਨ। Thire adol ਸਮਾਧ ਲਗਾਏ, they've sat in samadhi and focused on ਪਰਮੇਸ਼ਰ ਵਾਹਿਗੁਰੂ। ਇਸ ਤਰ੍ਹਾਂ ਦੀਵਾਨ ਉਧਰ ਲੱਗਿਆ ਹੈ, ਜਿਹੜੇ ਆਸਾ ਦੀ ਵਾਰ ਕੀਰਤਨੀ ਕਰਦੇ ਨੇ। ਬਹੁਤ ਪ੍ਰੇਮ ਸਹਿਤ ਰਾਗ ਕੀਰਤਨ ਕਰ ਰਹੇ ਨੇ। ਬਹੁਤ ਜ਼ਿਆਦਾ ਰੌਣਕ ਹੋ ਰਹੀ ਹੈ, ਸੰਗਤ ਜੋੜ ਮੇਲਾ ਬਣਾ ਰਹੀ ਹੈ। ਇਸ ਤਰ੍ਹਾਂ ਤੇ ਸਾਰੇ ਜਾਗੇ ਹੋਏ ਨੇ ਅੰਮ੍ਰਿਤ ਵੇਲੇ, ਤੇ ਇਸ ਤਰ੍ਹਾਂ ਆਨੰਦ ਬਹੁਤ ਹੈ ਸਿੱਖ ਸੰਗਤ ਵਿੱਚ। ਸਵਾਹ ਪੰਜੇਜ਼ ਆਸਾ ਦੀ ਵਾਰ ਕੀਰਤਨ is going on in ਦੀਵਾਨ। ਧੰਨ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਜੀ ਮਹਾਰਾਜ blessed ਕੀਰਤਨੀ are doing kirtan with beautiful rags, and ਰੌਣਕਤ ਹੋਈ ਸਭ ਡੇਰੇ। all the Sikh ਸੰਗਤ have accumulated at ਮਜਨੂ ਕਾ ਟਿਲਾ ਗੁਰਦੁਆਰਾ ਸਾਹਿਬ। ਜਾਗਤ ਹੋਤ ਆਨੰਦ ਬਡੇਰੇ, everyone is in great bliss listening to the kirtan. So ਇਸ ਤਰ੍ਹਾਂ loads of Gursikhs have got together today. ਸਤਿਗੁਰੂ ਹਰਗੋਬਿੰਦ ਜੀ ਮਹਾਰਾਜ has also accumulated, he's also
ਸੱਜਦ in the ਸੰਗਤ ਜਿਨ ਕਰ ਉਦੈ ਭਇਓ ਜਿਸ ਕਾਲਾ when the sunrise has come। ਸੋ ਇਸ ਤਰ੍ਹਾਂ ਸਿੱਖ ਸੰਗਤ ਬਹੁਤ ਜ਼ਿਆਦਾ ਆਈ ਹੈ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਐਨ ਸਹਿਜ ਅਵਸਥਾ ਵਿੱਚ ਟਿਕੇ ਹੋਏ ਨੇ, ਸਿਮਰਨ ਕਰ ਰਹੇ ਨੇ। ਤੋ ਇਸ ਤਰ੍ਹਾਂ ਜਦ ਰੋਸ਼ਨੀ ਹੋਈ ਹੈ, ਸੂਰਜ ਉਦੋਂ ਉਦੈ ਹੋਇਆ ਹੈ, ਕਿਸੇ ਗੋਰ ਦਰੇਕ ਕਮਲ ਵਿਸਾਲਾ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਕਮਲ ਜਿਹੜੇ ਅੱਖਾਂ ਨੇ ਉਹ ਖੁੱਲੀਆਂ ਨੇ, ਜਿਹੜੇ ਕਮਲਾਂ ਦੇ ਫਲ ਜਿਹੜੇ ਪਲਕਾਂ ਵਾਂਗੂ ਹੁੰਦੀਆਂ ਨੇ, ਇਸ ਤਰ੍ਹਾਂ ਅੱਖਾਂ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਖੁੱਲੀਆਂ ਨੇ। So what happens is as sun has risen, Guru Hargobind Ji Maharaj eyelids look like the petals of lotus flowers are opening and Maharaj Sahib awakens from samadhi। ਇਸ ਤਰ੍ਹਾਂ ਸਮਾਧੀ ਵਿੱਚ ਉੱਠੇ ਨੇ ਤੇ ਆਪਣੇ ਬਸਤਰ ਮੰਗਵਾਣਾ ਕੀਤੇ ਨੇ ਨਵੇਂ। ਧੰਨ ਗੁਰੂ ਹਰਗੋਬਿੰਦ ਜੀ ਬਹੁਤ ਸੋਹਣੇ ਲੱਗਦੇ ਨੇ, ਬਹੁਤ ਰੰਗਦਾਰ ਬਸਤਰ ਪਾਏ ਨੇ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੇ। ਬੈਠੇ ਵਹਿਰ ਲਗਾਏ ਦੀਵਾਨ, ਬਾਹਰ ਦੀਵਾਨ ਵਿੱਚ ਸੱਜ ਗਏ ਨੇ ਸੰਗਤ ਵਿੱਚ ਜਿੱਥੇ ਕੀਰਤਨ ਹੋ ਰਿਹਾ ਹੈ। ਬਹੁਤ ਜ਼ਿਆਦਾ ਸੰਗਤ ਭੀੜ ਲੱਗ ਗਈ ਹੈ, ਸੰਗਤ ਦੀ ਮੱਥਾ ਟੇਕਦੇ ਆਉਂਦੇ ਆਣ ਕੇ ਸਾਰੀ ਸੰਗਤ। So what happens is when the sun has risen, Guru Hargobind Ji Maharaj opens their beautiful eyes, and what happens, Maharaj then asks for clothes. Maharaj wears those clothes and comes into the sangat, and the whole sangat is singing the praises of Guru Hargobind Ji Maharaj. Kirtan is going on. ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ sits on the throne। ਇਸ ਤਰ੍ਹਾਂ ਜਿਹੜੇ ਸੂਰਮੇ ਨੇ, ਜਿਹੜੇ 7 ਢਾਲਾਂ ਨਾਲ ਸ਼ਾਸਤਰ ਫੜੇ ਹੋਏ ਨੇ ਹੱਥਾਂ ਵਿੱਚ, ਉਹ ਵੀ ਆਣ ਕੇ ਮੱਥਾ ਟੇਕਦੇ ਨੇ ਗੁਰੂ ਸਾਹਿਬ ਕੋਲ। ਬਹੁਤ ਹਿਰਦੇ ਵਿੱਚ ਪ੍ਰੇਮ ਰੱਖ ਕੇ ਖੁਸ਼ੀ ਨਾਲ ਐਨ ਦਿਲ ਭਰੇ ਹੋਏ ਨੇ। ਜਿਹੜਾ ਹਰਦਾਸ ਸੀ ਦਰੋਗਾ ਗਵਾਲੀਅਰ ਦੇ ਕਿਲੇ ਦਾ, ਅਤੇ ਨਾਲ 52 ਰਾਜੇ ਇਹ ਵੀ ਟਿੱਕੇ ਨੇ ਆਣ ਕੇ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਜੀ ਮਹਾਰਾਜ ਕੋਲ। ਸਾਰੇ ਆਣ ਕੇ ਤੇ ਦਰਸ਼ਨ ਪਾ ਰਹੇ ਨੇ, ਸਾਰੇ ਖੁਸ਼ੀਆਂ ਲੈਂਦੇ ਨੇ ਗੁਰੂ ਹਰਗੋਬਿੰਦ ਜੀ ਮਹਾਰਾਜ ਦੀਆਂ। So the warriors that have come with Baba Buddha Ji have got shastra in their arm, in their hands, and they've got shields on their backs. They come and sit and matha take before Guru Hargobind Ji Maharaj in a great bliss and ananda. And then Hardas, the governor of the Gwalior fort, who used to do seva of Guru Hargobind Ji Maharaj and the 52 kings, he comes with the 52 kings and he's sitting and matha takes before Guru Hargobind Ji Maharaj. The whole sangat is full with these great Gursikhs। ਤੇ ਇਸ ਤਰ੍ਹਾਂ ਸਾਰੀ ਸੰਗਤ ਮੱਥਾ ਟੇਕਦੀ ਹੈ, ਬਹੁਤ ਭਾਰੀ ਸੰਗਤ ਹੋ ਰਹੀ ਹੈ। ਤੇ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਜੇ ਨਾਲ ਲਾਗੇ ਜਿਹੜੇ ਰਾਜੇ ਨੇ ਇਹ ਬਹਿ ਗਏ ਨੇ ਬਹੁਤ ਪ੍ਰੇਮ ਸਹਿਤ। ਤੇ ਪਿੱਛੇ ਜਿਹੜੇ ਤਬੇਲਿਆਂ ਵਿੱਚ ਉਹ ਚੰਦੂ ਐ ਫੜਿਆ ਹੋਇਆ ਬੈਠਾ ਹੋਇਆ ਹੈ, ਤੇ ਚੰਡਾਲਾਂ ਦੇ ਕੋਲ ਕੁੱਤਿਆਂ ਦੇ ਕੋਲ ਬੈਠਾ ਹੋਇਆ ਆਸਨ ਲਾ ਕੇ। So what happens is outside ਜਿਹੜਾ ਪਾਪੀ ਚੰਦੂ ਹੈ, he's sitting tied to the stake with all the ਸੱਟਾਂ on his body, all the wounds on his body, and he's sitting amongst the dogs eating his food। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਕੋਲ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਮਹਾਂਪੁਰਖ ਕਹਿਣ ਲੱਗੇ ਕਿ ਮਾਤਾ ਗੰਗਾ ਜੀ ਆਪ ਜੀ ਨੂੰ ਬਹੁਤ ਯਾਦ ਕਰਦੇ ਨੇ ਮਹਾਰਾਜ ਜੀ, ਤੇ ਇਸ ਤਰ੍ਹਾਂ ਆਪ ਜੀ ਦੇ ਦਿਸ਼ਾ ਵਿੱਚ ਸੋਚਦੇ ਰਹਿੰਦੇ ਨੇ ਕਦ ਦਰਸ਼ਨ ਹੋਣਗੇ। ਇੱਕ ਪੁੱਤਰ ਹੋ ਆਪ ਜੀ ਤੇ ਬਹੁਤ ਪ੍ਰੇਮ ਡੂੰਘਾ ਪਿਆਰ ਕਰਦੇ ਨੇ ਆਪ ਜੀ ਸਹਿਤ। ਸੋ ਬਾਬਾ ਬੁੱਢਾ ਜੀ says to Guru Hargobind Ji, put his hands together, Mata Ganga Ji has got so much love for you. You are his only son. She hasn't seen you for years, for months. Maharaj, kirpa karo. Aap ji give her darshan. She's waiting for you, Amritsar Sahib। तो इस तरह आप जी ਇੱਕੋ ਹੀ ਪੁੱਤਰ ਹੋ, ਬਹੁਤ ਪ੍ਰੇਮ ਸਹਿਤ, ਬਹੁਤ ਬੈਰਾਗ ਸਹਿਤ ਆਪ ਜੀ ਵਿਛੜੇ ਸੀ ਉਹਨਾਂ ਕੋਲੋਂ। ਤੇ ਇਸ ਤਰ੍ਹਾਂ ਉਹਨਾਂ ਦੇ ਵੀ ਸੋਚਣਾ ਕਰੋ ਕੁਝ ਮਾਤਾ ਜੀ ਆਪ ਜੀ ਦੇ, ਤੇ ਆਪ ਜੀ ਚਿੱਠੀ ਲਿਖਣਾ ਕਰੋ ਉਹਨਾਂ, ਮੇਰੀ ਸਲਾਹ ਹੈ ਇਹ। ਬਾਬਾ ਬੁੱਢਾ ਜੀ says, why don't you write a letter to Mata Ganga Ji, because you left her with great separation in her heart. She's been waiting for you. She lost her pati Guru Arjan Dev Ji Maharaj. Maharaj had blessed her Brahm Gyan before it left. Don't forget that. Mata Ganga Ji was a great Mahapurkh of the Sikh Panth, used to seva of the Sangat with their own hands, Shakaim Prasada, the Sikh Sangat used to eat from our own hands। ਧੰਨ ਮਾਤਾ ਗੰਗਾ ਜੀ is waiting for your darshan। ਇਸ ਤਰ੍ਹਾਂ ਮਾਤਾ ਗੰਗਾ ਜੀ ਆਪ ਜੀ ਦਰਸ਼ਨ ਵਾਸਤੇ ਉਤਾਵਲੇ ਹੋਏ ਨੇ, ਤੇ ਇਸ ਕਰਕੇ ਆਪ ਜੀ ਚਿੱਠੀ ਲਿਖਣਾ ਕਰੋ। So Baba Buddha Ji says, write a letter to her saying that you're coming। So then she will get very happy in her heart। ਇਸ ਤਰ੍ਹਾਂ ਬਹੁਤ ਖੁਸ਼ ਹੋਵੇਗੀ ਆਪ ਜੀ ਦਾ ਸੁਣਨਾ ਕਰਕੇ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਸੁਣ ਕੇ ਕਹਿਣ ਲੱਗੇ, ਧੰਨ ਬਾਬਾ ਬੁੱਢਾ ਜੀ ਬਹੁਤ ਵਧੀਆ ਗੱਲ ਆਪ ਜੀ ਨੇ ਦੱਸੀ ਹੈ, ਛੇਤੀ ਨਾਲ ਲਿਖਣਾ ਕਰੋ ਇਹ ਪੱਤਰ, ਤੇ ਕਹਿਣਾ ਕਰੋ ਕਿ ਜਾ ਕੇ ਦਰਬਾਰ ਸਾਹਿਬ ਵਿੱਚ ਦੇਗਾਂ ਕਰਾਉਣ, ਕਿਉਂਕਿ ਅਸੀਂ ਆਉਣ ਲੱਗੇ ਹਾਂ ਤਿਆਰੀ ਕਰਨ ਪੂਰੀ। So Guru Hargobind Ji Maharaj says, that's a very great good idea, Guru Baba Buddha Ji, you are great, very respected. You should write the letter and send the letter as soon as possible,
And also ਦੀ ਬੇਨਤੀ that they should make ਦੇਗ in the ਦਰਬਾਰ as well. ਪੂਰਨ ਸਰਬ ਕਾਮਨਾ ਹੋਈ। ਜਿਸ ਦੇਗ ਨਾਲ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਨੇ। ਅਸੀਂ ਤਖਤ ਵੀ ਬੈਠ ਕੇ ਅਕਾਲ ਤਖਤ ਵੀ ਰਚਾ ਦਿੱਤਾ ਹੈ, ਇਸ ਪਾਪੀ ਦਾ ਦੰਡ ਵੀ ਲਿਆ ਦਿੱਤਾ ਹੈ, ਤੇ 52 ਰਾਜਿਆਂ ਨੂੰ ਵੀ ਸਾਰਿਆਂ ਨੂੰ ਰਿਹਾ ਕਰ ਦਿੱਤਾ ਹੈ। ਸਾਰੀਆਂ ਮਨੋਕਾਮਨਾ ਪੂਰੀਆਂ ਹੋ ਗਈਆਂ ਨੇ। ਇਸ ਤਰ੍ਹਾਂ ਖੁਸ਼ੀ ਵਿੱਚ ਆਣ ਕੇ ਦੇਗ ਬਣਾਉਣਾ ਕਰ ਤੇ ਸਾਡੀਆਂ ਸਾਰੀ ਮਨੋਕਾਮਨਾ ਪੂਰੀਆਂ ਹੋ ਗਈਆਂ ਨੇ। ਕਹਿਣ ਲੱਗੇ ਇਸ ਤਰ੍ਹਾਂ ਲਿਖਣਾ ਕਰੋ, ਇਹ ਜਿਹੜਾ ਮੰਦਾ ਮਤ ਪਾਪੀ ਚੰਦੂ ਹੈ ਇਹਨੂੰ ਵੀ ਅਸੀਂ ਫੜ ਲਿਆ ਹੈ। ਇਸ ਤਰ੍ਹਾਂ ਆਗਿਆ ਪਾ ਕੇ ਧੰਨ ਬਾਬਾ ਬੁੱਢਾ ਜੀ ਨੇ ਛੇਤੀ ਨਾਲ ਲਿਖਣਾ ਕੀਤਾ ਤੇ ਚਿੱਠੀ ਲਿਖ ਕੇ ਛੇਤੀ ਨਾਲ ਦਾਸ ਨੂੰ ਭੇਜਣਾ ਕੀਤਾ ਹੈ ਅੰਮ੍ਰਿਤਸਰ ਸਾਹਿਬ ਵਿਖੇ। So what happens is Baba Buddha ji, so Guru Hargobind Ji Maharaj says, make deg, because all our desires have been fulfilled. All the bachan, all the things that I said I would do, they have been done. I've deleted the debt of my fathers, that this punishment should be given to the Papi Chandu. He is in my control now. And also I've released the 52 Raji, and we are ready to return back to Amritsar Sahib. Write this letter as soon as possible. ਇਸ ਤਰ੍ਹਾਂ ਜਦ ਸੁਧ ਆਈ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਆਣ ਕੇ ਚਿੱਠੀ ਦਿੱਤੀ ਮਾਤਾ ਗੰਗਾ ਜੀ ਨੂੰ, ਤੇ ਮਾਤਾ ਗੰਗਾ ਜੀ ਗਦ ਹੋ ਗਈ। ਆਗਣਾ ਮਾਇਸ ਕੀ ਮਾਤਾ ਗੰਗਾ ਜੀ, ਧੰਨ ਮਾਤਾ ਗੰਗਾ ਜੀ। ਬਾਰ-ਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਕਰਦੀ ਹੈ ਮਾਤਾ ਜੀ, ਤੇ ਹਿਰਦੇ ਵਿੱਚ ਇਸ ਤਰ੍ਹਾਂ ਧੰਨ ਮਾਤਾ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਕਹਿੰਦੀ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੀ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੀ ਹੈ, ਧੰਨ ਪਤੀ ਦੇਵ ਗੁਰਦੇਵ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੀ ਹੈ, ਉਸਤਤੀ ਕਰ ਰਹੀ ਹੈ ਵੱਡੇ ਗੁਰੂ ਸਾਹਿਬਾਨ ਦੀ, ਕਿਉਂਕਿ ਸਾਰੇ ਗੁਰੂ ਸਾਹਿਬਾਨ ਨੇ ਇਹ ਕਿਰਪਾ ਕੀਤੀ ਹੈ, ਸਾਰੇ ਕਾਰਜ ਪੂਰੇ ਹੋ ਗਏ ਨੇ। ਇਸ ਤਰ੍ਹਾਂ ਗਦਗਦ ਹੋ ਰਹੀ ਹੈ ਦਿਲੋਂ। ਸਕਲ ਗੁਰੂ ਕੋ ਬੰਧਨ ਧਾਰੀ, ਸਾਰੇ ਗੁਰੂ ਸਾਹਿਬਾਨ ਨਮਸਕਾਰਾਂ ਕਰਕੇ ਮੱਥਾ ਟੇਕਦੀ ਹੈ। ਧੰਨ ਮਾਤਾ ਗੰਗਾ ਜੀ, on hearing that her son is arriving, she gets the deg ready and she's praising Guru Nanak Dev Ji Maharaj, praising Guru Angad Dev Ji Maharaj, praising Guru Amardas Ji Maharaj, praising Dhan Guru Ramdas Ji Maharaj, praising Dhan Guru Arjan Dev Ji Maharaj, because it's with their kirpa that Guru Hargobind Ji Maharaj has fulfilled every desire, every bachan, every pratagya that they had put forward, that they would give punishment to this Papi Chandu, and she's praising them over and over again. Matha tekdi hai sare Guru Sahiban nu, ਕਹਿੰਦੀ ਹੈ ਆਪਣੇ ਦਿਲੋਂ ਕਿ ਮੇਰੇ ਪੁੱਤਰ ਦੀ ਰੱਖਿਆ ਕੀਤੀ ਹੈ ਚੰਗੀ ਤਰ੍ਹਾਂ। ਇਸ ਤਰ੍ਹਾਂ ਜਿਹੜਾ ਉਹ ਕਿਲਾ ਸੀ ਉੱਥੋਂ ਨਿਕਲਣਾ ਕੀਤਾ ਹੈ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ, ਅਤੇ ਨਾਲ ਹੀ ਜਿਹੜੇ ਗੁਰੂ ਦੇ ਪਾਪੀ ਨੇ, ਗੁਰੂ ਦੇ ਦਰੋਹੀ ਹੈ, ਗੁਰੂ ਦੇ ਨਿੰਦਿਆ ਕਰਨ ਵਾਲੇ ਨੇ, ਉਹਨਾਂ ਨੂੰ ਵੀ ਫੜ ਲਿਆ ਹੈ। ਬਹੁਤ ਜਸ ਪਾਣਾ ਕੀਤਾ ਹੈ, ਆਪ ਜੀ ਨੇ ਕਿਰਪਾ ਕੀਤੀ ਹੈ। ਵੱਡੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਉਸਤਤੀ ਕਰ ਰਹੀ ਹੈ। ਜਿਹੜੇ ਬਚਨ ਕਠਨ ਕੀਤੇ ਸੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ, ਉਹ ਸਾਰੇ ਪ੍ਰਤਿਗਿਆ ਪੂਰੀ ਕੀਤੀ ਹੈ। ਤੇ ਇਸ ਤਰ੍ਹਾਂ ਮੇਰੀ ਜਿਹੜੀ ਚਿੰਤਾ ਸਾਰੀ ਦੂਰ ਚਲ ਗਈ ਹੈ। ਇਸ ਚਿੱਠੀ ਨਾਲ ਪੜ੍ਹ ਕੇ ਦੇਖੋ ਕਿੰਨੇ ਗਦ ਹੋਵੇ ਹੋਣਗੇ ਮਾਤਾ ਜੀ। ਧੰਨ ਮਾਤਾ ਗੰਗਾ ਜੀ, ਦੇਖੋ ਇੰਨਾ ਸਬਰ ਸੰਤੋਖ ਰੱਖਿਆ ਕਿ ਮਾਤਾ ਜੀ ਦੇ ਪਤੀ ਵੀ ਸ਼ਹੀਦ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। So ਇਸ ਕਰਕੇ ਮਾਤਾ ਗੰਗਾ ਜੀ is saying in her prayers to Guru Sahib before them that Guru Sahib has come out of the prison, and he's also captured the evil Chandu, and he's also every single bachan that they did as 11-year-old have come true. Chinta ab sagli chhe, all the chinta, all the anxiety that was in my mind has gone. ਤੇ ਬਹੁਤ ਉਤਸ਼ਾਹ ਕੀਤਾ, ਸਾਰੇ ਸਿੱਖ ਸੰਗਤ ਨੂੰ ਇਤਲਾਹ ਦਿੱਤੀ, ਤੇ ਇਸ ਤਰ੍ਹਾਂ ਲੰਗਰ ਪ੍ਰਸ਼ਾਦ ਦੇ ਜਿਵੇਂ ਅੱਜ ਜੋੜ ਮੇਲਾ ਮਨਾਇਆ ਸੰਗਤ, ਇਸੇ ਤਰ੍ਹਾਂ ਬਹੁਤ ਪ੍ਰੇਮ ਸਹਿਤ ਸਾਰੀ ਦੁਨੀਆ ਸਿੱਖ ਸੰਗਤ ਮਨਾਉਂਦੀ ਹੈ। ਇਸੇ ਤਰ੍ਹਾਂ ਸਾਰੀ ਸਿੱਖ ਸੰਗਤ ਖੁਸ਼ ਹੋ ਗਈ ਹੈ, ਤਿਆਰੀਆਂ ਕਰਨ ਲੱਗੀ ਹੈ, ਤੇ ਇਹਦੀ ਸ਼ੀਤਲ ਛਾਤੀ ਹੋ ਗਈ ਹੈ ਮਾਤਾ ਗੰਗਾ ਜੀ ਦੀ। So ਮਾਤਾ ਗੰਗਾ ji's heart has just been cooled down. She's given orders to the Sikh Sangat to prepare for the arrival of Guru Hargobind Ji Maharaj. ਇਸ ਤਰ੍ਹਾਂ ਬਹੁਤਾ ਜ਼ਿਆਦੇ ਦੇਗ ਤਿਆਰ ਕੀਤੀ ਹੈ, ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਵਰਤਾਉਣਾ ਕੀਤੀ ਹੈ ਸੰਗਤ ਨੂੰ। ਵਾਰ ਇਸ ਤਰ੍ਹਾਂ ਗੁਰੂ ਮਾਤਾ ਗੰਗਾ ਜੀ ਬੰਧਨ ਕਰਦੀ ਹੈ, ਨਮਸਕਾਰਾਂ ਕਰਦੀ ਹੈ ਹਰਮੰਦਰ ਸਾਹਿਬ ਵਿਖੇ। ਤੇ ਇਸ ਤਰ੍ਹਾਂ ਜਿੰਨੇ ਵੀ ਨਰ ਮਨੁੱਖਾ ਹੈ, ਇਸਤਰੀ ਪੁਰਸ਼ ਹੈ, ਸਾਰੇ ਵਧਾਈਆਂ ਦਿੰਦੇ ਨੇ ਮਾਤਾ ਗੰਗਾ ਜੀ ਨੂੰ। So what happens is Mata Ganga ji has made loads of deg for the Sikh Sangat, and in Sri Harmandir Sahib it's been distributed over and over again. She's matha taking to the Guru Sahib before them. Tregan aan badai harti, all the Sikh Sangat, men and women, loads of Sangat have come to give ਵਧਾਈਆਂ, greetings to Mata Ganga ji. ਫਿਰ ਜਿਹੜੇ ਗਰੀਬ ਸੀ ਬਹੁਤ ਜ਼ਿਆਦੇ ਲੋਕ ਜਿੱਦਾਂ ਵੀ ਚਾਹੁੰਦੇ ਸੀ ਉਹਨਾਂ ਨੂੰ ਦੇਣਾ ਕੀਤਾ, ਬਹੁਤ ਉਹਨਾਂ ਨੂੰ ਕੱਪੜੇ ਆਦਿਕ ਮਾਇਆ ਆਦਿਕ ਦੇਣਾ ਕੀਤੀ, ਪ੍ਰਸ਼ਾਦਾ ਦੇਣਾ ਕੀਤਾ ਮਾਤਾ ਗੰਗਾ ਜੀ ਨੇ। ਤੇ ਜਦ ਕਿ ਦੁਰਗ ਮਝਾਰ ਪ੍ਰਵੇਸ਼, ਜਦ ਤੱਕ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਸ ਤਰ੍ਹਾਂ
ਦੁਰਗ ਵਿੱਚ ਗਏ ਸੀ, ਜਦ ਕਿਲੇ ਵਿੱਚ ਚਲੇ ਗਏ ਸੀ ਗਵਾਲੀਅਰ ਵਿੱਚ, ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ ਤੇ ਉਸ ਵੇਲੇ ਮਾਤਾ ਗੰਗਾ ਜੀ ਕਹਿੰਦੇ ਕਿ ਮੇਰੀ ਚਿੰਤਾ ਬਹੁਤ ਉਪਜ ਗਈ ਸੀ ਸ਼ੋਭਨ ਸਿਆਤ ਵਧਿਓ ਆਨੰਦ ਤੇ ਹੁਣ ਮੇਰੀ ਚਿੰਤਾ ਦੂਰ ਹੋ ਗਈ ਹੈ, ਬਹੁਤ ਜ਼ਿਆਦਾ ਆਨੰਦ ਆ ਗਿਆ ਹੈ। ਹਰੀ ਲਾਇਕੀ ਨੰਦਨ ਚੰਦ ਸਾਡਾ ਪੁੱਤਰ ਗੁਰੂ ਹਰਗੋਬਿੰਦ ਜੀ ਜਿਹੜੇ ਚੰਦਰਮਾ ਵਾਂਗੂ, ਜਿਵੇਂ ਚੰਦਰਮਾ ਸੀਲਤਾ ਦਿੰਦੀ ਹੈ, ਜਿਵੇਂ ਰਸ ਭਰਦੀ ਹੈ ਸਿੱਖ ਸੰਗਤ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਰਸ ਭਰ ਰਹੇ ਨੇ। ਗੁਰੂ ਹਰਗੋਬਿੰਦ ਜੀ ਦਾ ਆਉਣਾ ਸੁਣਨਾ, ਗੁਰੂ ਹਰਗੋਬਿੰਦ ਜੀ ਦਾ ਆਉਣਾ ਸੁਣਨਾ ਸੰਗਤ ਵਿੱਚ ਰਸ ਭਰ ਰਿਹਾ ਹੈ, ਹਿਰਦੇ ਐਨ ਕਮਲ ਵਾਂਗੂ ਫੁੱਲ ਰਹੇ ਨੇ। ਇਸ ਕਰਕੇ ਗੁਰੂ ਹਰਗੋਬਿੰਦ ਜੀ ਮਹਾਰਾਜ ਮਾਤਾ, she's saying that when I heard that my son had gone into prison, Gwalior Killa, from that day onwards I was always filled with anxiety, but I've realized now that anxiety has gone. I'm filled with bliss because my son is like the moon, he's illuminating like the moon, just like the moon gives gyan and avastha, just like the moon's light is a metaphor for knowledge. In a similar way, Guru Hargobind Ji Maharaj gives gyan ਦੇ ਸਮੁੰਦਰ ਆ ਗੁਰੂ ਹਰਗੋਬਿੰਦ ਜੀ, ਜਿਵੇਂ ਚੰਦਰਮਾ ਲਾਈਟ ਦਿੰਦੀ ਹੈ, ਇਸੇ ਤਰ੍ਹਾਂ ਚੰਦਰਮਾ ਗਿਆਨ ਦਿੰਦਾ ਹੈ। ਇਸੇ ਤਰ੍ਹਾਂ ਜਿਵੇਂ ਜਿਹੜੇ ਬਿਰਛ ਆਦਿਕ ਜਿੰਨੇ ਫਲ ਫੁੱਲ ਨੇ ਇਹਨਾਂ ਨੂੰ ਰਸ ਭਰਦਾ ਹੈ ਚੰਦਰਮਾ ਰਾਤ ਨੂੰ, ਇਸੇ ਤਰ੍ਹਾਂ ਗੁਰੂ ਸਾਹਿਬ ਰਾਤ ਦੇ ਸਮੇਂ ਸਿੱਖਾਂ ਨੂੰ ਰਸ ਦਿੰਦੇ ਨੇ ਤੇ ਹਿਰਦਿਆਂ ਵਿੱਚ ਰਸ ਉਪਜ ਗਿਆ ਹੈ, ਆਨੰਦ ਆਉਂਦਾ ਹੈ ਸਾਰੇ ਸਿੱਖ ਸੰਗਤ ਵਿੱਚ। So all the Gursikh Sangat is very happy hearing that Guru Hargobind Ji Maharaj is come. Mata Ganga Ji is describing him like an illuminator. He gives gyan to everyone. He also gives ras, anand, bliss, true bliss to everyone within their hearts because they know that he is coming. ਤੇ ਇਸ ਤਰ੍ਹਾਂ ਪਿਤਾ ਦੇ ਬੈਰੀ ਨੂੰ, ਚੰਦੂ ਨੂੰ ਇਸ ਤਰ੍ਹਾਂ ਫੜਿਆ ਹੋਇਆ ਚੰਗੀ ਤਰ੍ਹਾਂ ਇਸਨੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਯਤਨ ਕੀਤੇ। ਸੁਲਭੀ ਖਾਨ ਨੂੰ ਭੇਜਿਆ, ਸੁਲੀ ਖਾਨ ਨੂੰ ਭੇਜਿਆ, ਪ੍ਰਿਥੀ ਚਾਰ ਨਾਲ ਮੁਖਬਰੀ ਕੀਤੀ, ਚੰਦੂ ਨਾਲ ਇਸ ਤਰ੍ਹਾਂ, ਜਹਾਂਗੀਰ ਨੂੰ ਇਸ ਤਰ੍ਹਾਂ ਉੱਠੀਆਂ ਪੁੱਠੀਆਂ ਗੱਲਾਂ ਕਰਕੇ ਇਸ ਤਰ੍ਹਾਂ ਈਰਖਾ ਕੀਤੀ, ਨਿੰਦਿਆ ਕੀਤੀ ਗੁਰੂ ਘਰ ਦੀ, ਇਸ ਤਰ੍ਹਾਂ ਇਹਨੂੰ ਫਰਨਾ ਕੀਤਾ ਹੈ ਮਹਾਰਾਜ ਨੇ। ਸੋ ਮਾਤਾ ਗੰਗਾ ਜੀ saying that he did so much slander of Guru Sahib, he sent so many people to kill Guru Arjan Dev Ji Maharaj, to make Guru Arjan Dev Ji Maharaj, but not a single one of those efforts paid off, and he in the end did Maharaj tortured Maharaj, but Maharaj didn't get no pain anyway. ਧੰਨ Guru Arjan Dev Ji Maharaj in this way ਇਸ ਤਰ੍ਹਾਂ ਉਸਤਤੀਆਂ ਕਰਦੇ ਨੇ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੀਆਂ। ਇਸ ਤਰ੍ਹਾਂ ਸਾਰੇ ਦਰਬਾਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ ਉਸਤਤੀ ਹੋ ਰਹੀ ਹੈ ਗੁਰੂ ਸਾਹਿਬ ਦੀ। ਸਾਰਿਆਂ ਨੂੰ ਪਤਾ ਲੱਗ ਗਿਆ ਹੈ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਚੰਦੂ ਨੇ, ਦੋਸ਼ੀ ਨੂੰ, ਜਿਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਸ਼ੱਦਦ ਦਿੱਤਾ ਸੀ, ਇਸ ਤਰ੍ਹਾਂ ਆਉਣਾ ਕਰਨ ਅੱਗੇ ਨੇ। ਜਿਹੜੇ ਗੋਇੰਦਵਾਲ ਸਾਹਿਬ ਆ, ਸਾਰਾ ਜਿਹੜੇ ਵੱਡੇ ਪਰਿਵਾਰ ਨੇ, ਬਾਬਾ ਆਨੰਦ ਜੀ, ਬਾਬਾ ਸੁੰਦਰ ਜੀ ਆਦਿਕ, ਇਹ ਸਾਰੇ ਆ ਗਏ ਨੇ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਦਾ ਪਰਿਵਾਰ, ਸਾਰਿਆਂ ਨੂੰ ਪਤਾ ਲੱਗ ਗਿਆ ਹੈ, ਖੁਸ਼ੀ ਨਾਲ ਆ ਰਹੇ ਨੇ ਸਾਰੇ। ਜਿੱਥੇ ਤੱਕ ਖਡੂਰ ਸਾਹਿਬ ਵਿਖੇ ਜਿਹੜੇ ਤਿੰਨ ਪਰਿਵਾਰ ਸੀ, ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਰਿਵਾਰ, ਸੋਢੀਆਂ ਦੇ ਕੁਲਾਂ ਵਿੱਚੋਂ, ਬੇਦੀਆਂ ਦੇ ਕੁਲਾਂ ਵਿੱਚੋਂ, ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਜਿੰਨਾ ਪਰਿਵਾਰ ਸੀ, ਸਾਰਿਆਂ ਨੂੰ ਪਤਾ ਲੱਗਾ ਹੈ, ਸਾਰੇ ਅੰਮ੍ਰਿਤਸਰ ਸਾਹਿਬ ਵੱਲ ਆ ਰਹੇ ਨੇ, ਖੁਸ਼ੀ ਹੋ ਗਏ ਨੇ ਹਿਰਦੇ ਵਿੱਚ। So all the families of Guru Nanak Dev Ji Maharaj descendants and all the descendants of Guru Angad Dev Ji Khadur Sahib, all the descendants of Guru Amar Das Ji Maharaj, Goindwal Sahib, all of them have found out the greatness, gloriness of Guru Hargobind Ji Maharaj, that he's taken revenge of Guru Arjan Dev Ji Maharaj, and they're coming back to Harmandir Sahib, and they are filled with happiness. ਸਾਰੇ ਬੇਦੀ ਤ੍ਰਹਿਣ ਸਕਲ ਖੁਸ਼ ਹੋਏ ਨੇ, ਸਾਰੀ ਇਹ ਬੰਚ ਸਾਰੇ ਗੁਰੂ ਹਰਗੋਬਿੰਦ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਸ ਕਰ ਰਹੇ ਨੇ। ਆਪਣੀ ਕਰੀ ਪ੍ਰਤਿਗਿਆ ਪੂਰਨ, ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪਣੇ ਬਚਨ ਜੋ ਕੀਤੀ ਸੀ 11 ਸਾਲ ਦੀ ਉਮਰ ਵਿੱਚ, ਜੇ ਇਹ ਪਾਪੀ ਦਾ ਦੰਡ ਨਹੀਂ ਦਿੱਤਾ, ਇਹ ਆਪਣੇ ਮਨੋਂ ਇਹ ਪ੍ਰਤਿਗਿਆ, ਇਹ ਜਿਹੜਾ ਡੈਟ ਹੈ, ਇਹ ਜਿਹੜਾ ਕਰਜ਼ਾ ਹੈ ਆਪਣੇ ਸਿਰ ਤੇ ਪਿਤਾ ਜੀ ਦਾ ਸ਼ਹੀਦੀ ਦਾ, ਉਹ ਲਾਣਾ ਕਰੋਗੇ। ਇਸ ਤਰ੍ਹਾਂ ਸਾਰੀ ਪ੍ਰਤਿਗਿਆ ਪੂਰੀ ਹੋਈ, ਸਾਰੇ ਜਸ ਕਰ ਰਹੇ ਨੇ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ। ਜਿਹਨੇ ਚੰਦੂ ਨੇ ਐਨ ਚੂਰ ਚੂਰ ਕਰਕੇ ਰੱਖ ਦਿੱਤਾ ਹੈ, ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ, ਦਲ ਭੰਜਨ ਗੁਰਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ, ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਾ ਸਾਰਾ ਚੰਗੀ ਤਰ੍ਹਾਂ ਪਾਪਾਂ ਦਾ ਜੋ ਫਲ ਸੀ, ਇਹਨੂੰ ਚੰਦੂ ਨੂੰ ਭੁਗਤਾਉਣਾ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ who went through all this torture on this day and did it so that we can live in the will of ਵਾਹਿਗੁਰੂ। ਕਿਉਂ ਸ਼ਹੀਦੀ ਪਾਣਾ ਕੀਤੀ? ਕਿਉਂਕਿ ਅਸੀਂ ਹੁਕਮ ਵਿੱਚ ਰਹਿ ਸਕੀਏ। ਜਦ ਸਾਨੂੰ ਦੁੱਖ ਸੁੱਖ ਹੋਵੇ ਸਾਡੇ ਵਿੱਚ, ਤਾਂ ਅਸੀਂ ਪਰਮੇਸ਼ਰ ਦਾ ਨਾਮ ਸਦਾ ਹੀ ਜਪੀਏ ਤੇ ਹੁਕਮ ਵਿੱਚ ਰਹਿਣਾ ਕਰੀਏ। ਪਰਮੇਸ਼ਰ ਦਾ ਹੁਕਮ ਸੱਤ ਕਰਕੇ ਪਰਮੇਸ਼ਰ ਦਾ ਹੁਕਮ ਹੀ ਜਾਣੀਏ ਕਿ ਦੁੱਖ ਜਿਹੜਾ ਆ ਰਿਹਾ ਹੈ, ਦੁੱਖ ਦੁੱਖ ਕੀ ਕੁਛ ਨਹੀਂ ਹੈ। ਗੁਰੂ ਸਾਹਿਬ ਨੂੰ ਉਦੋਂ ਯਾਦ ਕਰਨਾ। ਤੇ ਜੇ ਆਤਮਿਕ ਤੌਰ 'ਤੇ ਕੋਈ ਸ਼ਕਤੀ ਵੀ ਪ੍ਰਵਾਨ ਹੋਵੇ, ਜੇ ਸ਼ਕਤੀ ਵੀ ਮਹਾਰਾਜ ਨੇ ਬਖਸ਼ੀ ਹੈ, ਤੇ ਉਸ ਵੇਲੇ ਮਹਾਰਾਜ ਦਾ ਉਹ ਸ਼ਕਤੀ ਦਾ ਹੰਕਾਰ ਨਹੀਂ ਕਰਨਾ, ਜਿਵੇਂ ਗੋਰਖਨਾਥ ਤੇ ਆਦਿ ਨੇ ਕੀਤਾ ਸੀ, ਤੇ ਹੁਕਮ ਵਿੱਚ ਰਹਿਣਾ ਹਮੇਸ਼ਾ। ਤੇ ਜੇ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਕੀਤੀ ਹੋਵੇ, ਸਤਿਗੁਰੂ ਮਹਾਰਾਜ ਨੇ ਉਹਨੇ ਨਿਸ਼ਾਨੀਆਂ ਵੀ ਦੱਸੀਆਂ ਕਿ ਇਹੋ ਜਿਹੇ ਨਿਸ਼ਾਨੀਆਂ ਹਨ। ਦੁੱਖ ਸੁੱਖ ਵਿੱਚ ਸੰਬਿਰਤੀ ਰੱਖਣੀ, ਦੁੱਖਾਂ ਨੂੰ ਮੰਨਣਾ ਹੀ ਹੈਗਾ, ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਣਾ,
ਅਤੇ ਸਾਰਿਆਂ ਵਿੱਚ ਪਾਪੀਆਂ ਵਿੱਚ ਵੀ ਇੱਕ ਦੇਖਣਾ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਸਾਰਾ ਪਾਪਾਂ ਦਾ ਇਹਨੂੰ ਫਲ ਭੁਗਤਾਉਣਾ ਕੀਤਾ। ਅਤੇ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਨੇ ਬਹੁਤ ਪ੍ਰੇਮ ਸਹਿਤ ਕਥਾ ਵਿਚਾਰਾਂ ਸੁਣੀਆਂ ਅਤੇ ਨਾਲ ਹੀ ਗੁਰਮੰਤਰ ਜਾਪ ਸੁਣਿਆ ਕੀਤਾ ਨਾਲ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪੇ ਸੇਵਾ ਲਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨਵਾਦ ਹੈ ਸਭ ਤੋਂ ਪਹਿਲਾਂ, ਜਿਨ੍ਹਾਂ ਨੇ ਸਭ ਕੁਝ ਕਰਾਉਣਾ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਤਰਸ ਖਾ ਕੇ ਸਾਡੇ ਕਲਯੁਗੀ ਜੀਵਾਂ 'ਤੇ ਇਹ ਸਮਾਂ ਬਖਸ਼ਿਆ ਹੈ। ਇਹ ਕਲਯੁਗੀ ਜਿਹੜਾ ਬੋਹਤ ਹੈ, ਬੈਠਣ ਵਿੱਚ ਸਾਧ ਸੰਗਤ ਰੂਪੀ ਬੋਹਤ ਜਿਹੜਾ ਹੈ, ਇਸ ਵਿੱਚ ਆਨੰਦ ਮਾਣਨ ਦਾ ਸਮਾਂ ਬਖਸ਼ਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਹੋ, ਜੋ ਇਸ ਤਰ੍ਹਾਂ ਸਮਾਂ ਬਖਸ਼ੋ, ਇਸ ਤਰ੍ਹਾਂ ਆਪਣੀ ਚਰਨੀ ਲਾਈ ਰੱਖਣਾ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰੇ ਦੇ ਵਜ਼ੀਰਾਂ ਦਾ, ਭਾਈ ਜਰਨੈਲ ਸਿੰਘ ਜੀ ਦਾ, ਆਦਿਕ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਧੰਨਵਾਦ। ਜਿਹੜੇ ਮਾਈ ਭੈਣਾਂ ਵੀਰਾਂ ਨੇ ਜਿਹੜੇ ਬੱਚਿਆਂ ਦੀ ਵਰਕਸ਼ਾਪਾਂ ਕੀਤੀਆਂ ਸੀ, ਜਿਹੜੇ ਕਿਕ ਬਾਕਸਿੰਗ ਆਦਿਕ ਉੱਪਰ ਲਾਇਨਸ MMA ਵਾਲੇ ਜਿੰਨੇ ਵੀ ਵੀਰ ਨੇ, ਸਾਰਿਆਂ ਦਾ ਬਹੁਤ ਹਾਰਦਿਕ ਧੰਨਵਾਦ ਹੈ, ਕਿਉਂਕਿ ਸਾਰਿਆਂ ਨੇ ਹਿੱਸਾ ਪਾ ਕੇ ਸੰਭਾਲਿਆ ਹੈ ਪਰਿਵਾਰ। ਸਾਡਾ ਸਾਰਾ ਸਿੱਖੀ ਪਰਿਵਾਰ ਹੈ, ਸੰਗਤ ਪਰਿਵਾਰ ਹੀ ਹੈ, ਸਾਰਿਆਂ ਨੇ ਸੰਭਾਲਣਾ ਕੀਤਾ। ਅਤੇ ਇਸੇ ਨਾਲ ਹੀ ਜਿਹਨੇ ਭੈਣਾਂ ਵੀਰਾਂ ਨੇ ਸਿਮਰਨ ਕੀਤਾ, ਕੀਰਤਨ ਕੀਤਾ, ਨਾਲ ਕਥਾ ਕੀਤੀ ਕਰਾਈ। ਭਾਈ ਚਰਨਵੀਰ ਸਿੰਘ ਜੀ ਸਾਡੇ ਵੀਰ ਛੋਟੇ, ਭਾਵੇਂ ਇਹਦੇ ਐਗਜ਼ਾਮ ਵੀ ਸਨ ਅਤੇ ਰੋਜ਼ ਹਾਜ਼ਰੀ ਭਰਦਾ ਰਿਹਾ। ਧੰਨ ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਬਲ ਉਦਮ, ਇਸ ਤਰ੍ਹਾਂ ਚੜ੍ਹਦੀ ਕਲਾ ਵਿੱਦਿਆ ਆਦਿਕ ਬਖਸ਼ਦੇ ਰਹਿਣ, ਕਿਰਪਾ ਕਰਨ। ਅਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਇਸੇ ਤਰ੍ਹਾਂ ਸਿੱਖ ਟੂ ਇੰਸਪਾਇਰ ਵੱਲੋਂ ਇਹ ਸਾਰੀ ਕਥਾ ਰਿਕਾਰਡ ਹੋਈ ਹੈ। ਜਿਹੜੇ ਮੇਰੇ ਵੀਰਾਂ ਨੇ ਬਹੁਤ ਪ੍ਰੇਮ ਸਹਿਤ ਸੇਵਾ ਕਰ ਰਹੇ ਨੇ, ਭਾਈ ਸੁਖਜਿੰਦਰ ਸਿੰਘ ਜੀ ਵੀ ਸੱਜ ਗਏ ਨੇ, ਇਹਨਾਂ ਨੇ ਹੁਣ ਕੀਰਤਨ ਕਰਨਾ ਹੈ। ਇਹਨਾਂ ਦਾ ਪੂਰਾ ਸਮਾਂ ਹੈ, ਕਿਉਂਕਿ ਬਹੁਤ ਪ੍ਰੇਮ ਸਹਿਤ ਕੀਰਤਨ ਕਰਦੇ ਨੇ। ਇਹਨਾਂ ਨੇ ਹੁਣ ਕੀਰਤਨ ਨਿਹਾਲ ਕਰਨਾ ਹੈ। ਸਾਰਿਆਂ ਨੇ ਰਸ ਭਿੰਨਾ ਕੀਰਤਨ ਸ਼ਰਵਣ ਕਰਕੇ ਗੁਰੂ ਸਾਹਿਬ ਦੀ ਖੁਸ਼ੀਆਂ ਲੈਣੀਆਂ ਨੇ। ਅਤੇ ਇਸ ਕਰਕੇ ਆਪ ਜੀ ਦਾ ਆਖਰੀ ਮਾਫੀ ਮੰਗਦੇ ਹੋਏ, ਕਿਉਂਕਿ ਦਰਬਾਰ ਵਿੱਚ ਵਿਚਰਦਿਆਂ ਹੋਇਆਂ, ਕਥਾ ਕਰਦਿਆਂ ਹੋਇਆਂ, ਸਾਰੇ ਪੰਥ ਦੇ ਵਿਦਵਾਨਾਂ ਕੋਲੋਂ, ਸੰਗਤਾਂ ਕੋਲੋਂ, ਮਹਾਂਪੁਰਖਾਂ ਕੋਲੋਂ, ਗੁਰੂ ਸਾਹਿਬ ਕੋਲੋਂ, ਆਪ ਜੀ ਦੀ ਸੰਗਤ ਕੋਲੋਂ, ਬੱਚਿਆਂ ਕੋਲੋਂ ਆਪ ਜੀ ਮਾਫੀ ਮੰਗਦਾ ਹਾਂ, ਕਿਉਂਕਿ ਆਪ ਜੀ ਦੇ ਛੋਟੇ ਹਾਂ ਗੁਨਾਹ ਕਰਕੇ। ਅਤੇ ਇਸ ਕਰਕੇ ਆਪ ਜੀ ਇਸੇ ਤਰ੍ਹਾਂ ਕਿਰਪਾ ਰੱਖਣੀ ਜੀ, ਅਤੇ ਆਪ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਜੀਵਨ ਵਿੱਚ ਲਿਜਾਉਣ ਵਿੱਚ ਅਸੀਸਾਂ ਦੇਣੀਆਂ ਕਰਨੀਆਂ ਦੀਆਂ ਆਪ ਜੀ ਕਿਰਪਾ ਕਰਨੀ। ਅੰਗ ਸੰਗ ਸਾਈ ਹੋਵਣਾ ਜੀ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅਤੇ ਜ਼ਰੂਰ ਖਿਆਲ ਰੱਖਣਾ ਜੀ, ਕਿਉਂਕਿ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਨੇ ਰਲ ਮਿਲ ਕੇ ਇਹ ਯਤਨ ਕੀਤਾ ਹੈ ਕਿ 6 ਤੋਂ 7 ਵਜੇ ਐਤਵਾਰ ਵਾਲਾ ਜਿਹੜਾ ਦਿਨ ਹੈ ਉਹ ਹਮੇਸ਼ਾ ਸਿਮਰਨ ਦਾ ਹੋਣਾ ਹੈ। ਇਹ ਚਾਲੂ ਹੋਣਾ ਹੈ ਮਹਾਰਾਜ ਦੀ ਕਿਰਪਾ ਨਾਲ, ਕਿ 6 ਤੋਂ 7 ਵਜੇ ਸਾਰਿਆਂ ਨੇ ਸਿਮਰਨ ਵਿੱਚ ਜੁੜਨਾ ਹੈ ਹਰੇਕ ਐਤਵਾਰ। ਸੋ ਇਸ ਕਰਕੇ ਆਪਣੀ ਬੇਨਤੀ ਹੈ। ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਜਿਹੜਾ ਅਗਲਾ ਗੁਰਪੁਰਬ ਹੈ, ਉਹ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਗੁਰਪੁਰਬ ਪ੍ਰਕਾਸ਼ ਦਿਵਸ ਆ ਰਿਹਾ ਹੈ 14 ਤਰੀਕ ਨੂੰ ਜੂਨ ਨੂੰ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਗੁਰਪੁਰਬ ਮਨਾਉਂਦਿਆਂ ਹੋਇਆਂ ਖੁਸ਼ੀਆਂ ਲੈਣੀਆਂ ਸਾਰਿਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅੰਤਨੀਆਂ ਜਿਹੜੇ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਭੇਦੀ ਤ੍ਰਿਹਣ ਸਕਲ ਹਰ ਖਾਏ, ਸ੍ਰੀ ਹਰਿ ਗੋਬਿੰਦ ਕੋ ਜਸ ਗਾਏ। ਆਪਣੀ ਕਰੀ ਪ੍ਰਤੱਗਿਆ ਪੂਰਨ, ਪਿਤ ਦ੍ਰੋਹੀ ਕੋ ਕੀਨਸ ਚੂਰਨ।